पग पंकज बंदन, पग पंकज बंदन। सिमरो अंगद दोख निकंदन। अमरदास गुर हृदय त्यामो, हृदय त्यामो। श्री गुरु रामदास गुण गावो। श्री अर्जन बिघ्नन के नासक, बिघ्नन के नासक। श्री हरगोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह बेसाला। तरों तरा पर पुन पुन सीसा, पुन पुन सीसा। बंदों बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार। तेन संतन को बंदना, सिर चरणन पर तार। सतगुर मम बेरी कटहो, निज बेरी पर चार। एह बेरी होए भाव सफल, बिन बेरी कर पार। एकंकारा सतगुरु, तेह प्रसाद सच होए। वाहेगुरु जी की फतेह, विघ्न विनाशन होए। धन धन सच्चे पातशाह गरीब नवाज, दीन दुनिया दे मालक, चबर छतर तखत दे मालक, समरथ गुरु परतख गुरु, दीन दयाल कृपाल अंतरजामी पूरन पार ब्रह्म परमेश्वर। वाहिगुरु अकाल पुरख जी दा सरगुण स्वरूप, दासां गरीबां सिखां सेवकां दे उत्ते किरपा करन वाले
ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਕੇ ਬੈਠੇ ਹੋ। ਗੁਰਬਾਣੀ ਜੀ ਦੇ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤੇ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਇਹ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤੇ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਗੁਣ ਕਹਿਣ ਕਥਨ ਦੇ ਵਿੱਚ ਨਹੀਂ ਆ ਸਕਦੇ। ਆਪ ਪਰਮੇਸ਼ਰ ਸੱਚੇ ਪਾਤਸ਼ਾਹ, ਉਹਨਾਂ ਦੀ ਪਵਿੱਤਰ ਕਥਾ ਆਪ ਦੀ ਸੰਗਤਾਂ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਦਾ ਫੁਰਨਾ ਬਣਾ ਕੇ ਅੰਮ੍ਰਿਤਸਰੋਂ ਤੁਰੇ ਜੀ। ਰਸਤੇ ਵਿੱਚ ਤਰਨ ਤਾਰਨ ਸਾਹਿਬ ਮਹਾਰਾਜ ਬੈਠ ਗਏ। ਆਉਣ ਵਾਲਾ ਸਮਾਂ ਮਹਾਰਾਜ ਜੀ ਨੇ ਦੇਖਿਆ ਬੜਾ ਵੱਡਾ ਉੱਥੇ ਤੀਰਥ ਬਣਦਾ ਹੈ। ਸ਼ੁਭ ਸਮਾਂ ਮਹਾਰਾਜ ਕਹਿਣ ਲੱਗੇ ਇਸ ਸਥਾਨ 'ਤੇ ਆਉਣਾ ਹੈ, ਬੜਾ ਵੱਡਾ ਤੀਰਥ ਬਣਦਾ ਹੈ। ਇਹ ਜਾਣ ਕੇ ਸਰੋਵਰ ਦੀ ਸੇਵਾ ਆਰੰਭ ਕਰਾਈ ਮਹਾਰਾਜ ਨੇ। ਬਹੁਤ ਵੱਡਾ ਸਰੋਵਰ ਮਹਾਰਾਜ ਜੀ ਤਿਆਰ ਕਰਵਾ ਰਹੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੱਖ ਸੰਗਤਾਂ ਪਹੁੰਚ ਰਹੀਆਂ, ਨਾਲ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ, ਤੇ ਦਰਸ਼ਨਾਂ ਦੇ ਨਾਲ ਨਾਲ ਸੰਗਤਾਂ ਸੇਵਾ ਵੀ ਕਰ ਰਹੀਆਂ ਹਨ ਜੀ। ਕੋਈ ਮਾਇਆ ਚੜਾ ਰਿਹਾ, ਮਹਾਰਾਜ ਜੀ ਨੇ ਮਜ਼ਦੂਰ ਵੀ ਲਾਏ ਆ, ਮਜ਼ਦੂਰ ਵੀ ਦਿਹਾੜੀ ਕਰਦੇ ਆ, ਉਹਨਾਂ ਨੂੰ ਦਿਹਾੜੀ ਦੱਫਾ ਮਿਲਦਾ ਹੈ। ਬੜਾ ਉਤਸ਼ਾਹ ਹੈ, ਬਹੁਤ ਵੱਡਾ ਉਤਸ਼ਾਹ ਸਿੱਖ ਸੰਗਤਾਂ ਦੇ ਵਿੱਚ ਹੈ। ਕਈ ਮਹੀਨੇ ਮਹਾਰਾਜ ਨੇ ਉੱਥੇ ਬੈਠ ਕੇ ਸਰੋਵਰ ਦੀ ਪੁਟਾਈ ਕਰਵਾਈ ਜੀ। ਪੂਰਬ ਵਾਲਾ ਪਾਸਾ ਜਿਹੜਾ ਉਹ ਪੱਕਾ ਕੀਤਾ ਗਿਆ, ਪੌੜੀਆਂ ਬਣਾਈਆਂ ਗਈਆਂ, ਤੇ ਆਵੇ ਬਹੁਤ ਲੱਗੇ ਸਨ। ਗੁਰੂ ਸਾਹਿਬ ਨੇ ਜਿਹੜੇ ਆਵੇ ਲਵਾਏ ਸਨ, ਉਹ ਆਵਿਆਂ ਦੇ ਵਿੱਚ ਜਿਹੜੀਆਂ ਇੱਟਾਂ ਸਨ ਉਹ ਵੱਡੀਆਂ, ਪੂਰੀਆਂ ਲਾਲ ਤੇ ਪੱਕੀਆਂ ਹੋਈਆਂ ਇੱਟਾਂ ਨਿਕਲਦੀਆਂ ਸਨ ਜੀ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਮਿਹਰ। ਥੋੜ੍ਹੀ ਅੱਗੇ ਨੂਰਦੀਨ ਸਾਧ ਸੰਗਤ ਜੀ ਆਪਣੀ ਸਰਾਂ ਬਣਾ ਰਿਹਾ ਸੀ, ਤੇ ਨੌਰੰਗਾਬਾਦ ਪਿੰਡ ਵਿੱਚ ਅਮਾਨਤ ਖਾਂ ਸਰਾਂ ਬਣਾ ਰਿਹਾ ਸੀ। ਦੋਵਾਂ ਨੂੰ ਇੱਟਾਂ ਥੁੜ ਗਈਆਂ ਜੀ। ਪਤਾ ਕੀਤਾ ਵੀ ਇੱਟਾਂ ਕਿੱਥੋਂ ਮਿਲਣਗੀਆਂ, ਨਹੀਂ ਹੱਥ ਆਈਆਂ ਜੀ। ਕਿਸੇ ਨੇ ਦੱਸਿਆ ਇੱਟਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਖੂਬ ਹਨ, ਸਰੋਵਰ ਵਿੱਚ ਲਵਾਉਣੀਆਂ ਨੇ। ਇੱਕ ਸਿੱਖ ਨੂੰ ਦੱਸ ਕੇ ਧੱਕੇ ਨਾਲ ਹੀ ਇਹ ਇੱਟਾਂ ਚੁੱਕ ਕੇ ਲੈ ਕੇ ਚਲੇ ਗਏ ਜੀ। ਕਹਿਣ ਲੱਗੇ ਮਹਾਰਾਜ ਨੂੰ ਆਖਿਓ ਉਧਾਰ ਹੈ ਤੇ ਮਾਇਆ ਦੇ ਦਿਆਂਗੇ। ਸਿੱਖ ਨੇ ਆ ਕੇ ਮਹਾਰਾਜ ਨੂੰ ਦੱਸਿਆ, ਸੱਚੇ ਪਾਤਸ਼ਾਹ ਮੁਗਲਾਂ ਦੇ ਬੰਦੇ ਆਏ, ਇੱਟਾਂ ਲੈ ਗਏ ਸੱਚੇ ਪਾਤਸ਼ਾਹ। ਉਧਾਰ ਦੀ ਗੱਲ ਕਰਦੇ ਸੀ। ਗੁਰੂ ਸਾਹਿਬ ਮਹਾਰਾਜ ਕਹਿੰਦੇ ਬਚਨ ਤੇ ਪਹਿਲਾਂ ਹੀ ਹੋਇਆ ਸੀ ਵੀ ਸਰੋਵਰ ਅੱਧਾ ਹੀ ਰਹਿਣਾ, ਕਹਿਣ ਲੱਗੇ ਹੁਣ ਅੱਧਾ ਹੀ ਬਣੇਗਾ। ਮਹਾਰਾਜ ਕਹਿਣ ਲੱਗੇ ਸਮਾਂ ਆਏਗਾ ਸਾਡੇ ਸਿੱਖ ਇਹਨੂੰ ਪੂਰਾ ਕਰਨਗੇ। ਇਹ ਜਿਹੜੀਆਂ ਇੱਟਾਂ ਉਹਨਾਂ ਨੇ ਲੈ ਕੇ ਗਏ ਆ ਨਾ ਸਰਾਵਾਂ ਬਣਾਉਣ ਵਾਸਤੇ, ਜੜੋਂ ਸਰਾਵਾਂ ਪੁੱਟ ਕੇ ਇੱਟਾਂ ਜਿਹੜੀਆਂ ਨੇ ਉਹ ਮੁੜ ਸਰੋਵਰ ਵਿੱਚ ਲੱਗਣਗੀਆਂ ਜੀ। ਉਹ ਦੋਵਾਂ ਸਰਾਵਾਂ ਦੀਆਂ ਇੱਟਾਂ ਪੁੱਟੀਆਂ ਗਈਆਂ ਜੀ। ਸਰਦਾਰ ਬੁੱਧ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਪੰਥ ਦੇ ਸਰਦਾਰ ਜੀ, ਉਹਨਾਂ ਨੇ ਫਿਰ ਉਹ ਸਰਾਵਾਂ ਪੁੱਟੀਆਂ ਜੀ। ਤੇ ਸਰਾਵਾਂ ਪੁੱਟ ਕੇ ਉਹ ਇੱਟਾਂ ਤਰਨ ਤਾਰਨ ਸਰੋਵਰ ਦੇ ਵਿੱਚ ਲਾਈਆਂ ਜੀ। ਹੁਣ ਤੁਸੀਂ ਅਚਰਜ ਬਾਤ ਸੁਣੋ, ਉਸ ਸਮੇਂ ਤੇ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਬੁੱਧ ਸਿੰਘ, ਉਹਨਾਂ ਦੇ ਦਾਦਿਆਂ ਦਾ ਵੀ ਜਨਮ ਨਹੀਂ ਹੋਇਆ ਹੋਏਗਾ ਜੀ ਜਦੋਂ ਦੀ ਇਹ ਸਾਖੀ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਜੀ। ਉਹਨਾਂ ਦੇ ਦਾਦਿਆਂ ਦਾ ਵੀ ਜਨਮ ਨਹੀਂ ਹੋਇਆ ਹੋਏਗਾ, ਤੇ ਤੁਸੀਂ ਅੰਦਾਜ਼ਾ ਲਾਓ ਗੁਰੂ ਸਾਹਿਬ ਨੇ ਉਹਨਾਂ ਬਾਰੇ ਪਹਿਲਾਂ ਹੀ ਬਚਨ ਕਰ ਦਿੱਤੇ ਜੀ। ਨਾਮ ਹੀ ਨਹੀਂ ਲਏ, ਕੰਮ ਤੇ ਪਹਿਲਾਂ ਹੀ ਦੱਸ ਦਿੱਤੇ ਨਾ ਜੀ।
ਇਸ ਕਰਕੇ ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਐਸੇ ਰੱਬੀ ਪੁਰਸ਼ ਰੱਬ ਦੇ ਪਿਆਰੇ ਉਹ ਧੁਰੋਂ ਹੀ ਭੇਜੇ ਆਉਂਦੇ ਜੀ, ਵਿਸ਼ੇਸ਼ ਕੰਮ ਵਾਸਤੇ ਆਉਂਦੇ ਧਰਤੀ ਦੇ ਉੱਤੇ। ਮਹਾਰਾਜ ਡਿਊਟੀ ਉਹਨਾਂ ਦੀ ਇਹ ਲਾਉਂਦੇ ਆ ਜੀ। ਮਹਾਰਾਜੇ ਰਣਜੀਤ ਸਿੰਘ ਨੇ ਸੰਗਤ ਦੀ ਕੁਝ ਪਰਿਕਰਮਾ ਪੱਕੀ ਕਰਵਾਈ ਸੀਗੇ। ਕੁੰਵਰ ਨੌ ਨਿਹਾਲ ਨੇ ਪਰਿਕਰਮਾ ਪੱਕੀ ਕਰਵਾਈ, ਮੁਨਾਰ ਬਣਵਾਇਆ। ਉਹਨਾਂ ਸਮਿਆਂ 'ਚ ਦਰਬਾਰ ਵੀ ਬਣੇ ਜੀ। ਫਿਰ ਜੀ ਜਿਹੜਾ ਤਰਨ ਤਾਰਨ ਦਰਬਾਰ ਸਾਹਿਬ ਤੁਸੀਂ ਦਰਸ਼ਨ ਕਰਦੇ ਆ, ਸੋਏ ਮਹਾਰਾਜ ਨੇ ਬਚਨ ਕਰ ਦਿੱਤੇ। ਸਮੇਂ ਦੇ ਨਾਲ ਉਹ ਬਚਨ ਪੂਰੇ ਹੋਏ ਜੀ, ਸਮੇਂ ਨਾਲ ਉਹ ਬਚਨ ਪੂਰੇ ਹੋਏ ਜੀ। ਹੁਣ ਸੰਗਤ ਜੀ ਤੁਸੀਂ ਸੁਣੋ, ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਚੱਲੇ ਨੇ ਜੀ, ਤਰਨ ਤਾਰਨ ਤੋਂ ਚੱਲੇ ਆ, ਤੇ ਅੰਮ੍ਰਿਤਸਰ ਹੀ ਜਾਣ ਦਾ ਮਹਾਰਾਜ ਨੇ ਫੁਰਨਾ ਬਣਾ ਲਿਆ ਜੀ। ਕਿਉਂ? ਉਹਦਾ ਕਾਰਨ ਇਹ ਸੀਗਾ, ਮਹਾਰਾਜ ਅੰਮ੍ਰਿਤਸਰ ਆਉਣ ਦਾ ਫੁਰਨਾ ਵਾਪਸ ਬਣਾਇਆ। ਕਾਰਨ ਵੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਪਰਿਵਾਰ ਨੂੰ ਮਿਲਣ ਵਾਸਤੇ ਆਏ ਸੀ, ਤੇ ਸਤਿਗੁਰਾਂ ਦਾ ਪਰਿਵਾਰ ਤਰਨ ਤਾਰਨ ਹੀ ਆ ਕੇ ਮਹਾਰਾਜ ਨੂੰ ਮਿਲ ਪਿਆ ਜੀ। ਮਹਾਰਾਜ ਕਹਿਣ ਲੱਗੇ ਹੁਣ ਅੰਮ੍ਰਿਤਸਰ ਚੱਲਦੇ ਆ, ਪਰ ਬਚਨ ਕੀਤਾ ਇਸ ਤਰਨ ਤਾਰਨ ਸਰੋਵਰ ਦੇ ਵਿੱਚ। ਇਸ ਤਰਨ ਤਾਰਨ ਸਰੋਵਰ ਉੱਪਰ ਮੱਸਿਆ ਦਾ ਦਿਹਾੜਾ ਲੱਗਿਆ ਕਰੇਗਾ। ਮਹਾਰਾਜ ਕਹਿਣ ਲੱਗੇ ਸੰਗਤਾਂ ਤੁਰ ਤੁਰ ਕੇ ਆਇਆ ਕਰਨਗੀਆਂ। ਭਾਦੋਂ ਦੀ ਮੱਸਿਆ ਦਾ ਵਿਸ਼ੇਸ਼ ਮਹਾਤਮ ਹੋਏਗਾ। ਇੱਥੇ ਜਿਹੜਾ ਇਸ਼ਨਾਨ ਕਰੇਗਾ ਉਹਦੇ ਪਾਪ ਦੂਰ ਹੋਣਗੇ ਜੀ। ਸੰਗਤ ਜੀ, ਮੈਂ ਗੁਰਮੁਖਾਂ ਦੇ ਕੋਲੋਂ ਬਚਨ ਸੁਣਿਆ, ਉਹ ਮੈਂ ਪਹਿਲਾਂ ਆਪ ਜੀ ਨੂੰ ਸੁਣਾ ਦਿਆਂ। ਗੁਰਮੁਖਾਂ ਬਚਨ ਸੁਣਾਇਆ, ਕਹਿੰਦੇ ਇੱਕ ਸਾਲ ਵਿੱਚ 12 ਵਾਰ ਮੱਸਿਆ ਆਉਂਦੀ ਹੈ ਜੀ। 12 ਮੱਸਿਆਵਾਂ ਤੇ ਕੋਈ ਨਹੀਂ ਜਾ ਸਕਿਆ ਜੀ। ਹਾਂਜੀ, ਨਹੀਂ ਜਾ ਸਕਦਾ ਜੀ, ਸਾਰਾ ਸਾਲ ਤਰਨ ਤਾਰਨ ਨਹੀਂ ਜਾ ਸਕਦਾ। ਤੇ ਸਾਲ 'ਚ ਇੱਕੋ ਮੱਸਿਆ ਤੇ ਇਸ਼ਨਾਨ ਕਰ ਲਏ, 12 ਦਾ ਹੀ ਫਲ ਮਿਲ ਜਾਏਗਾ ਜੀ। ਉਹ ਕਿਹੜੀ ਮੱਸਿਆ ਜੀ? ਉਹ ਭਾਦੋਂ ਮਹੀਨੇ ਦੀ ਮੱਸਿਆ ਜੀ। ਭਾਦਰੋਂ ਮਹੀਨੇ ਦੀ ਮੱਸਿਆ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ। ਤੁਸੀਂ ਸੁਣਿਆ, ਦਰਸ ਮਾਸ ਭਾਦਰੋਂ ਪਦ ਜੋਏ, ਮਹਾ ਮਹਾਤਮ ਇਸ ਕੋ ਹੋਏ। ਮਹਾਰਾਜ ਕਹਿੰਦੇ ਉਸ ਸਮੇਂ ਦਾ ਬੜਾ ਵੱਡਾ ਮਹਾਤਮ ਹੋਏਗਾ। ਸਗਰੇ ਪਾਪ ਵਿਦਾਰਨ ਕਰੈ, ਸ਼ਰਧਾ ਧਰ ਇਸ਼ਨਾਨ ਜੇ ਧਰੈ। ਜੇ ਕੋਈ ਸ਼ਰਧਾ ਦੇ ਨਾਲ ਇਸ਼ਨਾਨ ਕਰੇ, ਉਹਦੇ ਸਾਰੇ ਪਾਪ ਦੂਰ ਹੋਣਗੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਹੋਰ ਕੋਈ ਸਰਾਪ ਨਹੀਂ ਦਿੱਤਾ। ਜੇ ਮਹਾਰਾਜ ਚਾਹੁੰਦੇ, ਬਚਨ ਕਰਦੇ, ਨੂਰਦੀਨ ਤੇ ਅਮਾਨਤ ਖਾਨ ਨੇ ਉੱਥੇ ਹੀ ਸੜ ਕੇ ਸਵਾਹ ਹੋ ਜਾਣਾ ਸੀਗਾ ਜੀ। ਸਤਿਗੁਰੂ ਬੜੇ ਦਿਆਲੂ, ਮਹਾਰਾਜ ਨੇ ਬਖਸ਼ ਦਿੱਤਾ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਸਭ ਸੰਗਤ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਮਹਾਰਾਜ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਮਹਾਰਾਜ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਨੈਣ ਰਸੀਲੇ ਕਰੁਣਾ ਰਸੇ। ਸੱਚੇ ਪਾਤਸ਼ਾਹ ਜੀ ਦੇ ਨੈਣਾਂ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਰਸ ਭਰਿਆ ਹੋਇਆ ਜੀ। ਹਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਮਹਾਰਾਜ ਜੀ ਦੇ ਨੈਣਾਂ ਵਿੱਚ ਨੈਣ ਨਾਮ ਦਾ ਰਸ ਭਰਿਆ ਪਿਆ ਜੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਹਾਂਜੀ, ਜਿਨ ਮਹਿ ਪ੍ਰੇਮ ਰਹਿ ਨਿਤ ਬਸੇ। ਕਹਿੰਦੇ ਮਹਾਰਾਜ ਜੀ ਦੇ ਨੈਣ ਰਸ ਵਿੱਚ ਭਰੇ ਪਏ ਹਨ। ਪ੍ਰੇਮ ਭਰਿਆ ਪਿਆ ਉਹਨਾਂ ਨੈਣਾਂ ਦੇ ਵਿੱਚ। ਹਾਂਜੀ, ਜਗ ਗੁਰਤਾ ਬਰ ਤਖਤ ਬਿਰਾਜੇ। ਜਗਤ ਦੀ ਸ੍ਰੇਸ਼ਟ ਗੁਰਤਾ ਗੱਦੀ ਦੇ ਤਖਤ ਤੇ, ਜਿਹੜਾ ਤਖਤ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਚਾ, ਉਸ ਤਖਤ ਤੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹੋਏ ਨੇ ਜੀ। ਹਾਂਜੀ, ਦਰਸ ਹੈ ਸਹਿ ਸਰਦਾ ਅਗ ਭਾਜੇ। ਤੇ ਜਿਹੜਾ ਵੀ ਸ਼ਰਧਾ ਦੇ ਨਾਲ ਸਤਿਗੁਰੂ ਜੀ ਦੇ ਕਰਦਾ ਦਰਸ਼ਨ, ਉਹਦੇ ਫਿਰ ਸਾਰੇ ਪਾਪ ਦੂਰ ਹੋ ਜਾਂਦੇ ਐ। ਐਸੇ ਹਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ। ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਨੂਰੋ ਦੀਨ ਅਮਾਨਤ ਖਾਨ। ਨੂਰ ਦੀਨ ਤੇ ਅਮਾਨਤ ਖਾਨ,
ਜਦੋਂ ਹਾਂ ਤਿਨਹੁ ਸੁਣੀ ਸੁਧ ਸਗਲੀ ਕਾਨ। ਉਹਨਾਂ ਨੇ ਸਾਰੀ ਖਬਰ ਸੁਣੀ ਜੀ। ਹਾਂਜੀ, ਤੀਰਥ ਕਰਬੇ ਤੇ ਹਟ ਰਹੇ। ਵੇ ਗੁਰੂ ਸਾਹਿਬ ਨੇ ਸਰੋਵਰ ਬਣਾਉਣਾ ਛੱਡ ਹੀ ਦਿੱਤਾ ਤਾਂ ਉੱਥੋਂ ਤੁਰ ਪਏ ਮਹਾਰਾਜ ਅੰਮ੍ਰਿਤਸਰ ਨੂੰ। ਹਾਂਜੀ, ਕੂਚ ਕਰਨ ਚਲਬੇ ਚਿਤ ਚਾਹੇ। ਸੱਚੇ ਪਾਤਸ਼ਾਹ ਨੇ ਤੁਰਨ ਦਾ ਫੁਰਨਾ ਬਣਾ ਲਿਆ ਤੇ ਤੁਰ ਪੈਣ ਲੱਗੇ ਨੇ ਜੀ ਜਦੋਂ ਇਹਨਾਂ ਨੂੰ ਪਤਾ ਲੱਗਾ ਜੀ। ਹਾਂਜੀ, ਮਿਲ ਦੋਨੋਂ ਇੱਕ ਮਨੁਜ ਪਠਾਵਾ। ਉਹ ਫਿਰ ਦੋਵੇਂ ਡਰ ਗਏ ਜੀ, ਨੂਰਦੀਨ ਤੇ ਅਮਾਨਤ ਖਾਨ ਜੀ। ਉਹਨਾਂ ਦੋਵਾਂ ਨੇ ਆਪਣੇ ਵੱਲੋਂ ਸਾਂਝਾ ਬੰਦਾ ਇੱਕ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭੇਜਿਆ ਜੀ। ਹਾਂਜੀ, ਸਾਹੋ ਸੁਨੇ ਨਹਿ ਚਿਤ ਡਰ ਪਾਵਾ। ਡਰਦੇ ਕਿਉਂ ਵੀ ਇਹ ਬਾਦਸ਼ਾਹ ਨੂੰ ਪਤਾ ਲੱਗ ਗਿਆ ਵੀ ਅਸੀਂ ਇੱਟਾਂ ਇਸ ਤਰ੍ਹਾਂ ਧੱਕੇ ਨਾਲ ਲਈਆਂ ਨੇ ਤੇ ਉਹ ਕਿਤੇ ਸਾਨੂੰ ਬੁਰਾ ਭਲਾ ਹੀ ਨਾ ਆਖੇ, ਇਸ ਕਰਕੇ ਡਰ ਗਏ ਜੀ। ਹਾਂਜੀ, ਆਏ ਗੁਰੂ ਕੇ ਕਹਿਓ ਅਗਾਰੀ। ਉਹ ਬੰਦਾ ਆਇਆ ਮਹਾਰਾਜ ਜੀ ਦੇ ਕੋਲ, ਹੱਥ ਜੋੜੇ, ਦੋਵਾਂ ਮੁਗਲਾਂ ਵੱਲੋਂ ਮਹਾਰਾਜ ਨੂੰ ਬੇਨਤੀ ਕਰਨ ਲੱਗਾ। ਤੁਮ ਕਿਉਂ ਬਰਜੀ ਤਾਲ ਉਸਾਰੀ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਸਰੋਵਰ ਕਿਉਂ ਰੋਕ ਦਿੱਤਾ? ਮਹਾਰਾਜ ਸਰੋਵਰ ਨਹੀਂ ਪੂਰਾ ਬਣਾਇਆ ਮਹਾਰਾਜ। ਹਾਂਜੀ, ਜਿਤਕ ਭਜਾਵੇ ਪਰ ਲਗ ਦਰਬਾ। ਹਾਂਜੀ, ਕਹਿ ਹਮ ਤੇ ਅਬ ਲੀਜਹਿ ਸਰਬਾ। ਮਹਾਰਾਜ ਮੈਂ ਨੂਰਦੀਨ ਵੱਲੋਂ ਤੇ ਅਮਾਨਤ ਖਾਂ ਵਾਲੇ ਪਾਸਿਓਂ ਆਇਆ। ਉਹ ਕਹਿ ਰਹੇ ਨੇ ਜਿੰਨੀ ਮਾਇਆ ਇੱਟਾਂ ਦੀ ਹੈ ਉਹ ਸਾਡੇ ਕੋਲੋਂ ਲੈ ਲਓ ਮਹਾਰਾਜ, ਜਿੰਨਾ ਆਵਿਆਂ ਤੇ ਖਰਚਾ ਆਇਆ ਉਹ ਸਾਰਾ ਲੈ ਲਓ। ਹਾਂਜੀ, ਅਪਰ ਈਂਟ ਕਾ ਦੇਹੋ ਚੜਾਏ। ਤੇ ਹੋਰ ਇੱਟਾਂ ਪਕਾ ਲਓ ਮਹਾਰਾਜ ਤੁਸੀਂ। ਹਾਂਜੀ, ਕਰਤ ਕਾਰ ਸਗਰੀ ਪੱਕ ਜਾਏ। ਤੇ ਸੇਵਾ ਕਰਦਿਆਂ ਜਦੋਂ ਨੂੰ ਪਟਾਈ ਹੋਣੀ ਹੈ ਉਦੋਂ ਨੂੰ ਆਵੇ ਪੱਕ ਜਾਣੇ ਹੈ। ਹਾਂਜੀ, ਆਗੇ ਕੋ ਹਮ ਲਹਿ ਨਾ ਕੋਈ। ਤੇ ਅੱਗੇ ਤੋਂ ਨਹੀਂ ਅਸੀਂ ਇੱਟਾਂ ਲਵਾਂਗੇ। ਮਹਾਰਾਜ ਬੇਨਤੀ ਹੈ, ਨੂਰਦੀਨ ਤੇ ਅਮਾਨਤ ਖਾਂ ਕਹਿ ਰਿਹਾ ਵੀ ਸਰੋਵਰ ਬਣਾਓ ਤੁਸੀਂ ਪੂਰਾ। ਹਾਂਜੀ, ਬੈਠੇ ਰਚਹੋ ਅਪਨ ਸਰ ਜੋਈ। ਤੁਸੀਂ ਆਪਣਾ ਸਰੋਵਰ ਬਣਾਓ, ਤੀਰਥ ਬਣਾਓ, ਅੱਗੇ ਤੋਂ ਅਸੀਂ ਇੱਟਾਂ ਨਹੀਂ ਲਵਾਂਗੇ। ਹਾਂਜੀ, ਬਣੀ ਜ਼ਰੂਰਤ ਹਮ ਕੋ ਭਾਰੀ। ਅਸਲ 'ਚ ਮਹਾਰਾਜ ਉਹਨਾਂ ਨੂੰ ਜ਼ਰੂਰਤ ਬੜੀ ਬਣ ਗਈ ਸੀ, ਇਸ ਕਰਕੇ ਮੈਂ ਉਹਨਾਂ ਵੱਲੋਂ ਕਹਿ ਰਿਹਾ। ਹਾਂਜੀ, ਸਾਹੋ ਨਦੇਸ਼ ਜੋ ਸ਼ੀਘਰ ਉਚਾਰੀ। ਬਾਦਸ਼ਾਹ ਦਾ ਹੁਕਮ ਸੀਗਾ ਵੀ ਛੇਤੀ ਬਣਾਓ ਸਰਾਂ, ਇਸ ਕਰਕੇ ਅਸੀਂ ਇੱਟਾਂ ਲੈ ਗਏ ਮਹਾਰਾਜ। ਹਾਂਜੀ, ਕਰਹੋ ਸੁਰਾਏ ਤੁਰਤ ਹੀ ਤਿਆਰੇ। ਜਾਂ ਤੇ ਆਵੇ ਲਏ ਤੁਮਾਰੇ। ਤਿਸ ਕੋ ਲੀਜੈ ਮੋਲ ਸਵਾਇਆ। ਤੇ ਹੁਣ ਆਪ ਕਿਰਪਾ ਕਰੋ ਤੇ ਸੱਚੇ ਪਾਤਸ਼ਾਹ ਜਿੰਨੀਆਂ ਇੱਟਾਂ ਨੇ ਅਸੀਂ ਖੜੀਆਂ ਉਹਨਾਂ ਦਾ ਦੂਣਾ ਮੋਲ ਲੈ ਲਓ ਮਹਾਰਾਜ, ਮੁੱਲ ਲੈ ਲਓ ਦੂਣਾ ਸਾਡੇ ਕੋਲੋਂ, ਪਰ ਸਰੋਵਰ ਬਣਾਓ ਇੱਥੇ। ਹਾਂਜੀ, ਦੇਹੋ ਆਇਸ ਪੁੰਨ ਲਗਾਏ ਪਿਆਇਆ। ਆਗਿਆ ਕਰੋ ਆਪਣੇ ਸਿੱਖਾਂ ਨੂੰ ਇਹ ਮੁੜ ਆਵੇ ਪਕਾਉਣ। ਹਾਂਜੀ, ਸ਼੍ਰੀ ਅਰਜਨ ਪੁੰਨ ਕੀਨ ਬਖਾਨ। ਜੋੜੋ ਹੱਥ ਤੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਉਹਨਾਂ ਨੂੰ ਫਿਰ ਕਹਿਣ ਲੱਗੇ, ਕਰਿਓ ਮੋਲ ਬਲ ਲਾਏ ਮਹਾਨ। ਮਹਾਰਾਜ ਕਹਿਣ ਲੱਗੇ ਮੁੱਲ ਸੁਣ ਲਓ, ਮੁੱਲ ਸੁਣ ਲਓ। ਤੁਸੀਂ ਜਿਸ ਮੁੱਲ ਤੇ ਲੈ ਕੇ ਗਏ ਜੇ, ਪੈਸਾ ਤੇ ਕੋਈ ਨਹੀਂ ਦਿੱਤਾ, ਤੁਸੀਂ ਬਾਹਾਂ ਦਾ ਮੁੱਲ ਲਿਆ, ਬਾਹਾਂ ਦਾ ਬਲ ਵਰਤਿਆ, ਉਹੋ ਹੀ ਮੁੱਲ ਹੈ ਨਾ। ਤੁਹਾਡੀਆਂ ਬਾਹਾਂ ਦਾ ਬਲ ਲੱਗਾ ਖੜਨ ਲੱਗਿਆ। ਹਾਂਜੀ, ਸੋਈ ਮੋਲ ਦੇਹ ਹਮ ਤੁਮੈ। ਮਹਾਰਾਜ ਕਹਿਣ ਲੱਗੇ ਉਹੋ ਹੀ ਮੁੱਲ ਅਸੀਂ ਲੈਣਾ। ਗੱਜ ਕੇ ਆਖੋ ਵਾਹਿਗੁਰੂ। ਸਾਡੇ ਸਿੱਖ ਆਉਣਗੇ ਉਹ ਵੀ ਬਾਹਾਂ ਦਾ ਬਲ ਲਾ ਕੇ ਲੈ ਆਉਣਗੇ ਸਾਰਾ ਕੁਝ। ਕਹਿਣ ਲੱਗੇ ਤੁਹਾਡੀਆਂ ਵੀ ਬਾਹਾਂ ਦਾ ਬਲ ਲੱਗਾ, ਸਾਡੇ ਸਿੱਖਾਂ ਦੀਆਂ ਬਾਹਾਂ ਦਾ ਵੀ ਬਲ ਲੱਗ ਜਾਏਗਾ। ਹਾਂਜੀ, ਜਬ ਹੀ ਆਏ ਜਾਏਗੋ ਸਮੈ। ਜਦੋਂ ਸਮਾਂ ਆ ਜਾਏਗਾ ਇਹ ਕੰਮ ਆਪੇ ਹੀ ਹੋ ਜਾਣਾ। ਮਹਾਰਾਜ ਕਹਿਣ ਲੱਗੇ ਆਪੇ ਹੀ ਹੋ ਜਾਣਾ। ਇਹਦਾ ਮਤਲਬ ਸਰਦਾਰ ਜੱਸਾ ਸਿੰਘ ਰਾਮਗੜੀਆ ਪੰਥ ਦੇ ਜਰਨੈਲ ਸਰਦਾਰ ਬੁੱਧ ਸਿੰਘ ਜੀ ਵਰਗੇ ਗੁਰਮੁਖ ਪਿਆਰੇ, ਇਹਨਾਂ ਦੇ ਜਨਮ ਗੁਰੂ ਜੀ ਦੀ ਆਗਿਆ ਹੁਕਮ 'ਚ ਹੀ ਹੋਏ ਜੀ, ਗੁਰਾਂ ਦੀ ਮਰਜ਼ੀ 'ਚ ਹੋਏ ਇਹਨਾਂ ਦੇ ਜਨਮ ਜੀ। ਹਾਂਜੀ, ਹਮਰੇ ਸਿੱਖ ਹੋਏ ਹੈ ਬਲ ਭਾਰੀ। ਮਹਾਰਾਜ ਕਹਿਣ ਲੱਗੇ ਸਮਾਂ ਆ ਜਾਣਾ, ਕਹਿਣ ਲੱਗੇ ਸਾਡੇ ਸਿੱਖਾਂ ਨੇ ਬੜਾ ਬਲ ਧਾਰਨ ਕਰਨਾ। ਕਹਿਣ ਲੱਗੇ ਹਾਂਜੀ,
ਨਿਜ ਬਲ ਕਰ ਲੈ ਨੀਵ ਉਖਾਰੀ। ਉਹ ਜਿਹੜੇ ਬਲ ਨਾਲ ਤੁਸੀਂ ਲੈ ਕੇ ਗਏ ਨਾ ਇੱਟਾਂ, ਉਸੇ ਬਲ ਨਾਲ ਉਹਨਾਂ ਨੇ ਆਉਣਾ, ਇੱਟਾਂ ਪੁੱਟ ਲੈਣੀਆਂ, ਸਾਰੀਆਂ ਜੜ੍ਹਾਂ ਪੁੱਟ ਲੈਣੀਆਂ, ਨੀਂਹ ਪੁੱਟ ਲੈਣੀ ਹੈ। ਹਾਂਜੀ, ਟਹੈ ਸਦਨ ਜੇ ਪਾਕ ਬਣਾਏ। ਕੋਈ ਨਹੀਂ, ਬਣਾ ਲਓ ਤੁਸੀਂ ਪੱਕੇ। ਕਹਿਣ ਲੱਗੇ ਸਮੇਂ ਦੇ ਨਾਲ ਸਭ ਢਹਿ ਢੇਰੀ ਹੋ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ ਪਿਆਰਿਓ, ਗੁਰੂ ਘਰ ਦੇ ਵਿੱਚੋਂ, ਤੁਹਾਡੇ ਘਰੋਂ ਗੁਰੂ ਘਰ ਕੋਈ ਹਿੱਸਾ ਪੈ ਜੇ, ਤੁਹਾਡਾ ਭਲਾ ਹੋਏਗਾ। ਫਿਰ ਸੁਣਿਓ, ਤੁਹਾਡੇ ਘਰੋਂ ਗੁਰੂ ਘਰ ਵਿੱਚ ਕੁਝ ਹਿੱਸਾ ਪਵੇ, ਤੁਹਾਡਾ ਭਲਾ ਹੋਏਗਾ। ਪਰ ਚੇਤਾ ਰੱਖਿਓ, ਗੁਰੂ ਘਰ 'ਚ ਮਾੜੀ ਨੀਤ ਰੱਖ ਕੇ ਧੋਖੇ ਨਾਲ ਲਈ ਹੋਈ ਵਸਤੂ ਫੱਕੀਆਂ ਢਾ ਦਿੰਦੀ ਬੰਦੇ ਦੀਆਂ, ਰਹਿੰਦਾ ਕੱਖ ਨਹੀਂ ਜੀ ਮਗਰ। ਤੇ ਬਿਨਾਂ ਦੱਸਿਆ ਚੀਜ਼ ਚੁੱਕਣੀ ਚੋਰੀ ਹੁੰਦੀ ਹੈ ਜੀ, ਚੋਰੀ ਹੁੰਦੀ ਜੀ, ਫੱਕੀਆਂ ਢਾ ਦਿੰਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿੰਦੇ ਕੋਈ ਨਹੀਂ, ਜੜੋਂ ਹੀ ਪੁੱਟ ਲਿਆਉਣੀਆਂ ਇੱਟਾਂ। ਕਹਿਣ ਲੱਗੇ ਕੋਈ ਗੱਲ ਨਹੀਂ। ਹਾਂਜੀ, ਇਹੀ ਈਟਕਾਂ ਲਾਗੇ ਆਏ। ਮਹਾਰਾਜ ਕਹਿਣ ਲੱਗੇ ਇੱਟਾਂ ਤੇ ਇਹੋ ਹੀ ਲੱਗਣਗੀਆਂ। ਗੱਜ ਕੇ ਆਖੋ ਵਾਹਿਗੁਰੂ। ਇੱਟਾਂ ਤੇ ਇਹੋ ਹੀ ਲੱਗਣਗੀਆਂ ਜਿਹੜੀਆਂ ਤੁਸੀਂ ਲੈ ਗਏ ਹੋ ਨਾ, ਸਰੋਵਰ ਵਾਸਤੇ ਬਣੀਆਂ, ਮੁੜ ਘੁੜ ਕੇ ਸਰੋਵਰ 'ਚ ਹੀ ਆਉਣਗੀਆਂ। ਕਹਿਣ ਲੱਗੇ ਹਾਂਜੀ, ਜਿਮ ਬਲ ਮੋਲ ਤੁਮਹੋ ਨੇ ਦੀਨ। ਜਿਹੜਾ ਬਲ ਰੂਪੀ ਮੁੱਲ ਤੁਸਾਂ ਦਿੱਤਾ, ਹਾਂਜੀ, ਈਟ ਭਜਾਵਨ ਕੀ ਸਭ ਲੀਨ। ਸਾਡੇ ਸਾਰੇ ਆਵਿਆਂ ਦੀਆਂ ਇੱਟਾਂ ਲੈ ਗਏ ਤੁਸੀਂ। ਮਹਾਰਾਜ ਕਹਿਣ ਲੱਗੇ ਥੋੜੀਆਂ ਦੀਆਂ ਛੱਡ ਦਿੱਤੀਆਂ। ਹਾਂਜੀ, ਸੋ ਬਲ ਮੋਲ ਦੇਹਂਗੇ ਤੁਮਕੋ। ਹੁਣ ਉਹ ਮੁੱਲ ਅਸੀਂ ਦਿਆਂਗੇ ਤੁਹਾਨੂੰ। ਕਹਿਣ ਲੱਗੇ ਬਾਵਾਂ ਦਾ। ਹਾਂਜੀ, ਤਬੈ ਤਿਆਰ ਤੀਰਥ ਹੋਏ ਹਮਕੋ। ਫਿਰ ਸਾਡਾ ਇਹ ਤੀਰਥ ਪੂਰਾ ਤਿਆਰ ਹੋਏਗਾ। ਹਾਂਜੀ, ਅਬ ਤੇ ਜਾਏ ਕਹੋ ਇਹ ਬਾਤ। ਤੀਰਥ ਬਨੇ ਤੁਰਕ ਕਰ ਘਾਤ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿਣ ਲੱਗੇ ਜਾ ਕੇ ਕਹਿ ਦਿਓ ਉਹਨਾਂ ਨੂੰ। ਉਹ ਬੰਦੇ ਨੂੰ ਕਹਿਣ ਲੱਗੇ ਜਿਹੜਾ ਆਇਆ ਸੀਗਾ, ਦੋਵਾਂ ਨੂੰ ਇਹ ਗੱਲ ਕਹਿ ਦਿਓ, ਗੁਰੂ ਘਰ ਦੇ ਵਿੱਚ ਆ ਕੇ ਤੇ ਜ਼ੋਰ ਵਿਖਾਇਆ ਉਹਨਾਂ ਨੇ। ਹੁਣ ਇਹ ਤੀਰਥ ਤੇ ਮਹਾਰਾਜ ਕਹਿਣ ਲੱਗੇ ਉਹਨਾਂ ਤੁਰਕਾਂ ਦੀ ਮੌਤ ਤੋਂ ਬਾਅਦ ਹੀ ਬਣੇਗਾ। ਕਹਿਣ ਲੱਗੇ ਹਾਂਜੀ, ਸੁਨ ਕੈ ਰਿਸ ਜੁਤ ਗੁਰ ਕੇ ਬੈਨ। ਉਹਨੇ ਵੇਖਿਆ ਵੀ ਮਹਾਰਾਜ ਨੇ ਸਖਤ ਬਚਨ ਕਰਤੇ ਹੈ। ਹਾਂਜੀ, ਗਮਨਿਓ ਸੋ ਨਰ ਕਰ ਤਰ ਨੈਣ। ਉਹ ਰੋ ਪਿਆ ਜੀ ਬੰਦਾ ਜੀ। ਉਹ ਜੀ ਉਹਨੂੰ ਪਤਾ ਗੱਲ ਵਰਤ ਜਾਣੀ ਜੀ। ਨੈਣ ਭਿੱਜ ਗਏ ਜੀ ਉਹਦੇ ਹੰਝੂਆਂ ਨਾਲ, ਚਲੇ ਗਿਆ ਜੀ ਉਹ। ਹਾਂਜੀ, ਸਭਾ ਵਿਖੇ ਸਭ ਹੋਨ ਸੁਨਾਈ। ਤੇ ਜਿੱਥੇ ਬੈਠੇ ਸੀਗੇ ਦੋਵੇਂ ਹੀ ਪਠਾਨ, ਉਹਨੇ ਦੋਵਾਂ ਨੂੰ ਗੱਲ ਦੱਸੀ। ਗੁਰੂ ਜੀ ਨੇ ਬੜਾ ਸਖਤ ਬਚਨ ਕੀਤਾ, ਸਰਾਵਾਂ ਨੂੰ ਨੀਹਾਂ ਤੋਂ ਪੁੱਟ ਕੇ ਸਿੱਖਾਂ ਨੇ ਲੈ ਜਾਣਾ ਜੇ ਸਮੇਂ ਨਾਲ। ਹਾਂਜੀ, ਸੁਨ ਕਰ ਨੂਰਦੀਨ ਰਿਸ ਖਾਈ। ਨੂਰਦੀਨ ਨੂੰ ਸੁਣ ਕੇ ਗੁੱਸਾ ਆ ਗਿਆ ਜੀ। ਹਾਂਜੀ, ਕਿਆ ਕਰ ਲੈ ਕਹੈ ਜੇ ਐਸੇ। ਉਹ ਮੂਰਖ ਸੀਗਾ ਜੀ, ਉਦੋਂ ਹੀ ਜਾਂਦਾ ਮਹਾਰਾਜ ਦੇ ਚਰਨਾਂ 'ਚ ਢਹਿ ਪੈਂਦਾ। ਗੁਰੂ ਸਾਹਿਬ ਨੇ ਬਖਸ਼ ਦੇਣਾ ਹੈਗਾ ਜੀ, ਜਾਂ ਕੋਈ ਵਿਧੀ ਕੱਢ ਦੇਣੀ ਸੀ, ਮਹਾਰਾਜ ਨੇ ਹੱਲ ਕੱਢ ਦੇਣਾ ਸੀਗਾ। ਨੂਰਦੀਨ ਕਹਿੰਦਾ ਕੀ ਕਰ ਲੈਣਗੇ, ਕੀ ਕਰ ਲੈਣਗੇ ਮਹਾਰਾਜ। ਹਾਂਜੀ, ਲੱਗਿਓ ਚਨਾਵਨ ਮੂਰਖ ਤੈਸੇ। ਤੇ ਚਾਹੀਦਾ ਤੇ ਸੀ ਵੀ ਉਹ ਇੱਟਾਂ ਵਾਪਸ ਕਰ ਆਉਂਦੇ ਜੀ, ਆਪੇ ਹੀ ਵਾਪਸ ਕਰ ਆਉਂਦੇ ਵੀ ਨਾ ਮਹਾਰਾਜ ਮਿਹਰ ਕਰੋ ਸਾਡੇ ਤੇ। ਤੇ ਜਦੋਂ ਉਹਨਾਂ ਨਹੀਂ ਐਸਾ ਕੀਤਾ ਤੇ ਫਿਰ ਮੂਰਖ ਕਹਿਣ ਲੱਗਾ ਤੁਸੀਂ ਸਰਾਵਾਂ ਬਣਾਓ, ਵੇਖੀ ਜਾਏਗੀ। ਕਹਿਣ ਲੱਗਾ ਹਾਂਜੀ, ਸ਼੍ਰੀ ਗੁਰ ਕਰਿਓ ਕੂਚ ਹਟ ਆਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜੀ ਨੇ ਉੱਥੋਂ ਫਿਰ ਕੂਚ ਕੀਤਾ, ਰਾਮਦਾਸਪੁਰ ਵਿਖੇ ਸੁਹਾਏ। ਤੇ ਵਾਪਸ ਅੰਮ੍ਰਿਤਸਰ ਆ ਗਏ ਮਹਾਰਾਜ। ਹਾਂਜੀ, ਸ਼੍ਰੀ ਗੁਰ ਹਰਗੋਬਿੰਦ ਸੰਗ ਮਿਲੇ। ਹਰਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਜੀ ਨੂੰ ਮਿਲੇ ਸੱਚੇ ਪਾਤਸ਼ਾਹ। ਹਾਂਜੀ, ਅੰਕ ਬਿਠਾਏ ਪ੍ਰੇਮ ਕਰ ਭਲੇ। ਬੜਾ ਸਵਾਗਤ ਸਤਿਗੁਰੂ ਜੀ ਦਾ ਕੀਤਾ ਗਿਆ। ਮਹਾਰਾਜ ਨੇ ਹਰਗੋਬਿੰਦ ਸਾਹਿਬ ਜੀ ਨੂੰ ਗੋਦ 'ਚ ਬਿਠਾਇਆ ਜੀ ਆਪਣੀ ਜੀ, ਪ੍ਰੇਮ ਕੀਤਾ। ਅਪਰ ਸਰਬ ਸਿੱਖ ਕਰ ਕਰ ਬੰਦਨ। ਹੋਰ ਸਾਰੇ ਸਿੱਖਾਂ ਨੇ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ। ਦਰਸ ਹੈ ਦਰਸ਼ਨ ਦੋਸ ਨਿਕੰਦਨ। ਤੇ ਫਿਰ
ਸੱਚੇ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕੀਤੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਭਾਈ ਰੈਨ ਮੰਦਰ ਨਿਜ ਗਏ, ਹਾਂਜੀ। ਮਿਲੇ ਸਕਲ ਆਨੰਦ ਮਨ ਭਏ। ਤੇ ਫਿਰ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਵੀ ਗਏ ਜੀ, ਮਾਤਾ ਜੀ ਨੂੰ ਦਰਸ਼ਨ ਦਿੱਤੇ। ਸਭ ਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ। ਇਸ ਤਰੀਕੇ ਨਾਲ ਤਰਨ ਤਾਰਨ ਸਾਹਿਬ ਤੀਰਥ ਜਿਹੜਾ ਸੀ ਉਹ ਪ੍ਰਗਟ ਹੋਇਆ ਜੀ। ਹਾਂਜੀ ਦੋਹਰਾ ਏਕ ਸਿੱਖ ਸਤ ਗੁਰ ਨਿਕਟ, ਗੁਰਮੁਖ ਤਿਸ ਕੋ ਨਾਮ। ਹੁਣ ਅੱਗੋਂ ਸਾਖੀ ਚੱਲਦੀ, ਬੜੇ ਧਿਆਨ ਨਾਲ ਸੁਣਿਓ। ਗੱਜ ਕੇ ਕਹੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ। ਇੱਕ ਸਿੱਖ ਮਹਾਰਾਜ ਜੀ ਦੇ ਕੋਲ ਰਹਿੰਦਾ ਹੈ ਜੀ। ਉਸ ਸਿੱਖ ਦਾ ਨਾਮ ਹੈ ਭਾਈ ਗੁਰਮੁਖ ਜੀ। ਕੀ ਨਾਮ ਹੈ? ਭਾਈ ਗੁਰਮੁਖ। ਹਾਂ ਹਾਂਜੀ। ਹਾਥ ਜੋਰ ਬਿਨਤੀ ਕਰੀ। ਇੱਕ ਦਿਨ ਭਾਈ ਸਾਹਿਬ ਭਾਈ ਗੁਰਮੁਖ ਜੀ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮੈਂ ਰਾਵਰ ਕੀ ਸਾਮ। ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਆਪਾਂ ਵੀ ਕਹੀਏ ਸਾਰੇ, ਮਹਾਰਾਜ ਅਸੀਂ ਤੁਹਾਡੀ ਸ਼ਰਨ 'ਚ ਹੈਗੇ। ਸੱਚੇ ਪਾਤਸ਼ਾਹ ਮਹਾਰਾਜ ਬੱਚੇ ਆ ਤੁਹਾਡੇ ਸੱਚੇ ਪਾਤਸ਼ਾਹ। ਹਾਂਜੀ ਚੌਪਈ ਗੁਰ ਸਨਮੁਖ ਸਿੱਖ ਮਨ ਹੈ ਭਾਨਾ। ਸੱਚੇ ਪਾਤਸ਼ਾਹ ਤੁਹਾਡੇ ਸਨਮੁਖ ਤੇ ਸਿੱਖ ਭਾਣਾ ਮੰਨਦੇ ਨੇ। ਮਹਾਰਾਜ ਜੀ ਦਾ ਸ਼ਹੀਦੀ ਦਿਨ ਆ ਰਿਹਾ। ਤੇਰਾ ਕੀ ਆ ਮੀਠਾ ਲਾਗ। ਗੁਰੂ ਸਾਹਿਬ ਨੇ ਆਪ ਮੰਨਿਆ ਜੀ। ਮਹਾਰਾਜ ਆਪ ਜੀ ਦੇ ਸਨਮੁਖ ਤੇ ਸਿੱਖ ਭਾਣਾ ਮੰਨਦੇ ਨੇ ਜੀ। ਰੱਬ ਦੀ ਰਜ਼ਾ ਨੂੰ ਮੰਨਦੇ ਆ। ਹਾਂਜੀ ਮੋਹੇ ਦਿਖਾਵੋ ਦਿਖ ਦੁਖ ਹਾਨਾ। ਤੇ ਹੈ ਦੁੱਖਾਂ ਨੂੰ ਦੂਰ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਐਸੇ ਸਿੱਖ ਦੇ ਦਰਸ਼ਨ ਕਰਾਓ ਜਿਹੜਾ ਭਾਣਾ ਮੰਨਣ 'ਚ ਬਹੁਤ ਹੀ ਪ੍ਰਵੀਣ ਹੋਵੇ, ਬਹੁਤ ਹੀ ਸਿਆਣਾ ਹੋਵੇ ਜੀ। ਸੁਨ ਸ਼੍ਰੀ ਅਰਜਨ ਗਿਰਾ ਉਚਾਰੀ। ਤੇ ਅੱਗੋਂ ਫਿਰ ਸਮਰੱਥ ਗੁਰੂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ। ਪੁਰ ਗੁਜਰਾਤ ਸੁਨਾਮ ਭਿਖਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਗੁਜਰਾਤ 'ਚ ਜਾਓ। ਮਹਾਰਾਜ ਕਹਿਣ ਲੱਗੇ ਗੁਜਰਾਤ ਵਿੱਚ ਜਾਓ। ਇਹ ਇੱਧਰ ਵਾਲਾ ਗੁਜਰਾਤ ਨਹੀਂ, ਉਹ ਪਾਕਿਸਤਾਨ 'ਚ ਵੀ ਇੱਕ ਗੁਜਰਾਤ ਹੈਗਾ ਜੀ। ਉੱਥੇ ਭਿਖਾਰੀ ਨਾਮ ਹੈ ਸਿੱਖ ਦਾ। ਕੀ ਨਾਮ ਹੈ? ਭਾਈ ਭਿਖਾਰੀ ਨਾਮ ਹੈ ਸਿੱਖ ਦਾ। ਕਹਿਣ ਲੱਗੇ ਚੇਤਾ ਰੱਖਿਓ ਕਿਹੜਾ ਸਿੱਖ ਬੈਠਾ ਅਵਸਥਾ ਵਾਲਾ, ਕਿੱਥੇ ਬੈਠਾ ਨਾਮ ਜਪਦਾ। ਭਾਵੇਂ ਕੋਈ ਘਰ 'ਚ ਹੀ ਬੈਠਾ ਨਾਮ ਜਪਦਾ, ਸਤਿਗੁਰੂ ਜੀ ਨੂੰ ਸਾਰਿਆਂ ਦਾ ਹੀ ਪਤਾ ਹੈ ਜੀ। ਸਤਿਗੁਰੂ ਕਹਿਣ ਲੱਗੇ ਤੁਸੀਂ ਉੱਥੇ ਚੱਲ ਜਾਓ। ਤਿਹ ਦਰਸੋ ਅਬ ਕਰਹੁ ਭਿਆਨਾ। ਉਹਨਾਂ ਦੇ ਜਾ ਕੇ ਦਰਸ਼ਨ ਕਰ ਲਓ। ਕਹਿਣ ਲੱਗੇ ਹੁਣੇ ਹੀ ਤੁਰ ਪਓ। ਮਹਾਰਾਜ ਕਹਿਣ ਲੱਗੇ ਹਾਂਜੀ। ਗੁਰਮੁਖ ਗੁਰ ਬਚ ਮਾਨ ਮਹਾਨਾ। ਭਾਈ ਗੁਰਮੁਖ ਜੀ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ ਜੀ ਤੇ ਤੁਰ ਪਏ ਜੀ। ਹਾਂਜੀ ਚੱਲਿਓ ਵਿਚਾਰਤ ਸਿੱਖ ਵੱਡ ਹੋਏ। ਤੇ ਰਸਤੇ 'ਚ ਵਿਚਾਰ ਕਰਦੇ ਜਾ ਰਹੇ ਵੀ ਗੁਰੂ ਅਰਜਨ ਦੇਵ ਜੀ ਨੇ ਭੇਜਿਆ, ਬਹੁਤਾ ਹੀ ਵੱਡਾ ਸਿੱਖ ਹੋਏਗਾ ਭਾਈ ਭਿਖਾਰੀ, ਬਹੁਤ ਵੱਡੀ ਅਵਸਥਾ ਵਾਲਾ ਸਿੱਖ ਹੋਏਗਾ ਭਾਈ ਭਿਖਾਰੀ ਜੀ। ਹਾਂਜੀ ਸਤਿਗੁਰ ਆਪ ਬਤਾਇਓ ਜੋਏ। ਜਿਹੜਾ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਆਪਣੇ ਮੁਖ ਤੋਂ ਲਿਆ, ਕੋਈ ਸਧਾਰਨ ਸਿੱਖ ਨਹੀਂ ਹੋਣਗੇ। ਹਾਂਜੀ ਪ੍ਰਭ ਭਾਣਾ ਕਿਮ ਮਾਨਤ ਰਹਿ। ਹਾਂਜੀ ਕਹਾਂ ਕ੍ਰਿਤ ਕਰ ਬ੍ਰਿਤ ਕੋ ਲਹੈ। ਮਨ 'ਚ ਸੋਚਦੇ ਆ ਵੀ ਕਿਵੇਂ ਵੇਖਾਂਗੇ, ਕਿਵੇਂ ਰੱਬ ਦਾ ਭਾਣਾ ਮੰਨਦਾ, ਕੀ ਉਹ ਕਿਰਤ ਕਰਦਾ। ਉਸ ਸਿੱਖ ਦੇ ਦਰਸ਼ਨ ਕਰਦੇ ਜਾ ਕੇ। ਹਾਂਜੀ ਮਗ ਉਲੰਘ ਪਹੁੰਚਿਓ ਗੁਜਰਾਤ। ਤੇ ਸਹਿਜੇ ਸਹਿਜੇ ਰਸਤਾ ਲੰਘਦਿਆਂ ਲੰਘਦਿਆਂ ਭਾਈ ਗੁਰਮੁਖ ਜੀ ਗੁਜਰਾਤ ਪਹੁੰਚ ਗਏ ਜੀ। ਹਾਂਜੀ ਨਾਮ ਭਿਖਾਰੀ ਪੁੱਛਿਓ ਜਾਤ। ਪੁੱਛਿਆ ਭਾਈ ਇੱਥੇ ਭਾਈ ਭਿਖਾਰੀ ਦਾ ਘਰ ਹੈਗਾ? ਦੱਸਿਆ ਜੀ ਵੀ ਉਹ ਘਰ ਭਾਈ ਭਿਖਾਰੀ ਦਾ ਜਿੱਥੇ ਵਾਜੇ ਵੱਜਣ ਦੇ ਹੈ। ਹਾਂਜੀ ਗ੍ਰਹਿ ਮੈਂ ਗਇਓ ਸੋ ਮੰਗਲ ਹੀਰਾ। ਭਾਈ ਗੁਰਮੁਖ ਜੀ ਭਾਈ ਭਿਖਾਰੀ ਜੀ ਦੇ ਘਰ ਗਏ ਜੀ। ਜਦੋਂ ਉਹਨਾਂ ਦੇ ਘਰ ਗਏ ਜੀ, ਉੱਥੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਜੀ, ਬੜਾ ਆਨੰਦ ਮੰਗਲ ਹੋ ਰਿਹਾ ਜੀ। ਹਾਂਜੀ ਗਾਵੇਂ ਤ੍ਰਿਆ ਵਿਆਹੋ ਸੁਤ ਕੇਰਾ। ਕਿਉਂ? ਇਸਤਰੀਆਂ ਬੈਠੀਆਂ ਗੀਤ ਗਾ ਰਹੀਆਂ ਸੀ,
ਭਾਈ ਭਿਖਾਰੀ ਦੇ ਜਵਾਨ ਪੁੱਤ ਦਾ ਵਿਆਹ ਸੀਗਾ ਜੀ। ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀਗੀਆਂ। ਗੁਜਰਾਤ 'ਚ ਬੜੇ ਸਿੱਖ ਹੋਏ ਸੰਗਤ ਜੀ। ਭਾਈ ਗੜੀਆ ਜੀ ਹੋ ਗਏ ਸੀਗੇ ਜਦੋਂ ਉੱਥੇ, ਸ਼ਾਹ ਦੌਲਾ ਗੁਜਰਾਤ ਦਾ ਹੀ ਰਹਿਣ ਵਾਲਾ ਸੀਗਾ ਜੀ। ਭਾਈ ਭਿਖਾਰੀ ਦੇ ਘਰ ਵਿਆਹ ਦਾ ਮਾਹੌਲ ਹੈ ਜੀ। ਹਾਂਜੀ। ਕਿਰਤ ਕਮਾਵਤ ਭਿਖਿਓ ਭਿਖਾਰੀ, ਹਾਂਜੀ। ਸੀਵਤ ਸਤਰੰਜੀ ਜੇ ਫਾਰੀ। ਗੱਜ ਕੇ ਆਖੋ ਵਾਹਿਗੁਰੂ। ਬੇਬੀਆਂ ਗੀਤ ਗਾ ਰਹੀਆਂ ਨੇ, ਮਠਿਆਈਆਂ ਬਣ ਰਹੀਆਂ ਨੇ, ਤੇ ਭਾਈ ਭਿਖਾਰੀ ਜੀ ਇੱਕ ਪਾਟੀ ਪੁਰਾਣੀ ਦਰੀ ਨੂੰ ਧੋਪੇ ਲਾ ਲਾ ਕੇ ਸੀਨ ਦਏ ਨੇ ਜੀ। ਹਾਂਜੀ। ਪੈਰੀ ਪੈਣਾ ਕਹਿ ਥਿਰ ਗੁਰਮੁਖ। ਭਾਈ ਗੁਰਮੁਖ ਜੀ ਖਲੋ ਗਏ, ਭਾਈ ਭਿਖਾਰੀ ਜੀ ਨੂੰ ਕਹਿੰਦੇ ਜੀ ਪੈਰੀ ਪੈਣਾ ਜੀ। ਹਾਂਜੀ। ਪਠਿਓ ਮੋਹੇ ਗੁਰ ਨੇ ਭੋ ਸਨਮੁਖ। ਮੈਨੂੰ ਤੁਹਾਡੇ ਕੋਲ ਸਤਿਗੁਰੂ ਜੀ ਨੇ ਭੇਜਿਆ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਹਾਂਜੀ। ਸੁਨਤ ਭਿਖਾਰੀ ਉਠ ਸਨਮਾਨਾ। ਵਾਹ। ਜਦੋਂ ਭਾਈ ਭਿਖਾਰੀ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਸੁਣਿਆ, ਭਾਈ ਭਿਖਾਰੀ ਜੀ ਉਸੇ ਸਮੇਂ ਉੱਠ ਕੇ ਖਲੋ ਗਏ ਜੀ, ਹੱਥ ਜੋੜ ਲਏ ਜੀ। ਹਾਂਜੀ। ਨਮਹਿ ਕੀਨ ਬੈਠਾਵਨ ਠਾਨਾ। ਸਿੱਖ ਨੂੰ ਨਮਸਕਾਰ ਕੀਤੇ, ਸਿੱਖਾ ਮੇਰੇ ਲਈ ਤੇ ਤੂੰ ਗੁਰੂ ਅਰਜਨ ਦੇਵ ਜੀ ਹੈ, ਮੇਰੇ ਸਤਿਗੁਰੂ ਜੀ ਨੇ ਤੈਨੂੰ ਭੇਜਿਆ। ਬਿਠਾਇਆ ਬੜੇ ਪ੍ਰੇਮ ਨਾਲ। ਹਾਂਜੀ। ਨਿਜ ਕਾਰਜ ਲਾਗਿਓ ਜਿਸ ਕਾਲਾ। ਜਲ ਪਾਣੀ ਛਕਾਇਆ, ਤੇ ਜਲ ਪਾਣੀ ਛਕਾਉਣ ਤੋਂ ਬਾਅਦ ਫਿਰ ਦਰੀ ਸੀਣ ਲੱਗ ਪਏ ਜੀ, ਤੋਪੇ ਲਾਉਣ ਲੱਗ ਪਏ। ਹਾਂਜੀ। ਗੁਰਮੁਖ ਉਰ ਬਿਸਮਾਏ ਬਿਸਾਲਾ। ਭਾਈ ਗੁਰਮੁਖ ਜੀ ਬੜੇ ਹੈਰਾਨ ਹੋਣ ਜੀ, ਵੀ ਇੰਨਾ ਗੀਤ, ਆਨੰਦ, ਖੁਸ਼ੀਆਂ, ਚਾਅ, ਖੇੜੇ, ਇਹ ਸਿੱਖ ਕੀ ਕਰ ਰਿਹਾ। ਹਾਂਜੀ। ਲਖਿਓ ਭਿਖਾਰੀ ਨੇ ਮਨ ਤਾਹੂ। ਗੱਜ ਕੇ ਆਖੋ ਵਾਹਿਗੁਰੂ। ਸਿੱਖ ਦੀ ਫਿਰ ਕਮਾਈ ਇੰਨੀ ਹੋਣੀ ਚਾਹੀਦੀ ਹੈ ਸੰਗਤ ਜੀ, ਜਿੰਨੀ ਭਾਈ ਭਿਖਾਰੀ ਜੀ ਦੀ ਕਮਾਈ ਜੀ। ਗੁਰਮੁਖ ਜੀ ਲਾਗੇ ਬੈਠੇ ਸੋਚ ਰਹੇ ਨੇ, ਇਹ ਭਾਈ ਭਿਖਾਰੀ ਕੀ ਕਰ ਰਿਹਾ, ਆਨੰਦ ਮੰਗਲ ਛੱਡ ਕੇ ਦਰੀ ਸੀ ਰਿਹਾ। ਭਾਈ ਗੁਰਮੁਖ ਮਨ 'ਚ ਸੋਚ ਰਿਹਾ ਜੀ, ਤੇ ਭਾਈ ਭਿਖਾਰੀ ਜੀ ਸਾਰੀਆਂ ਗੱਲਾਂ ਸੁਣ ਰਹੇ ਨੇ ਉਹਦੀਆਂ ਜੀ। ਉਹਦੇ ਮਨ ਦੀਆਂ ਗੱਲਾਂ ਪਤਾ ਲੱਗਣ ਦਈਆਂ। ਇੰਨੀ ਕੁ ਤੇ ਫਿਰ ਕਮਾਈ ਹੋਣੀ ਚਾਹੀਦੀ ਵੀ ਮਨ ਦੀਆਂ ਗੱਲਾਂ ਪਤਾ ਲੱਗਣ ਦੀ ਦੂਜੇ ਦੇ। ਹਾਂਜੀ। ਉਠਿਓ ਪਕੜ ਕੈ ਤਿਸ ਕੀ ਬਾਹੂ। ਭਾਈ ਭਿਖਾਰੀ ਜੀ ਉੱਠ ਗਏ ਜੀ, ਗੁਰਮੁਖ ਦੀ ਬਾਂਹ ਫੜ ਲਈ ਜੀ, ਕਹਿੰਦੇ ਆ ਤੈਨੂੰ ਕੁਝ ਹੋਰ ਵਿਖਾਵਾਂ। ਹਾਂਜੀ। ਸੌਜ ਵਿਆਹ ਕੀ ਲਗਿਓ ਦਿਖਾਵਨ। ਵਿਆਹ ਦਾ ਸਮਾਨ ਵਿਖਾਉਣ ਲੱਗ ਪਏ ਜੀ, ਮਠਿਆਈਆਂ, ਹੋਰ ਬੜਾ ਕੁਝ ਵਿਖਾਇਆ ਜੀ। ਹਾਂਜੀ। ਇਹ ਸੁਤ ਹਿਤ ਕੀਏ ਬਸਤਰ ਸਿਵਾਵਨ। ਕਹਿਣ ਲੱਗੇ ਆ ਵੇਖ ਬਸਤਰ ਸਵਾ ਕੇ ਰੱਖੇ, ਕੱਲ ਮੇਰੇ ਪੁੱਤਰ ਨੇ ਪਾਉਣੇ ਆ, ਕਹਿਣ ਲੱਗੇ। ਹਾਂਜੀ। ਇਹ ਭੂਖਨ ਕੋ ਗੱਡੈ ਸੁਨਾਰਾ। ਆ ਭੂਖਨ ਹੈ, ਗਹਿਣੇ ਨੇ ਸੁਨਿਆਰੇ ਤੋਂ ਬਣਾਏ ਹੋਏ। ਹਾਂਜੀ। ਪੁੱਤਰ ਸੰਦੂਖਾ ਕੀਰ ਸਿੰਗਾਰਾ। ਇਹ ਨੌ ਵਾਸਤੇ ਹੈ, ਨੌ ਵਾਸਤੇ ਗਹਿਣੇ ਹੈ। ਹਾਂਜੀ। ਇਹਾਂ ਪਰੀ ਪਿਖ ਅਦਿਕ ਮਿਠਾਈ। ਆ ਤੈਨੂੰ ਮੈਂ ਮਠਿਆਈ ਵਿਖਾਉਣਾ, ਮਠਿਆਈ ਵਿਖਾਉਣ ਲੱਗ ਪਏ ਜੀ। ਹਾਂਜੀ। ਅਨੇਕ ਪ੍ਰਕਾਰ ਕਰਹਿ ਹਲਵਾਈ। ਵੇਖ ਹਲਵਾਈ ਕਿੱਡੀ ਸੋਹਣੀ ਸੋਹਣੀ ਮਠਿਆਈ ਬਣਾ ਰਹੇ ਨੇ, ਵਿਆਹ ਹੈ ਘਰ ਵਿੱਚ। ਹਾਂਜੀ। ਆਗੈ ਮਿਰਤਕ ਹੇਤ ਕੀ ਤਿਆਰੀ। ਹਾਂਜੀ। ਖਫਨ ਰੋਸੀਡੀ ਤਰੀ ਸੁਦਾਰੀ। ਤੇ ਮਠਿਆਈ ਵਿਖਾ ਕੇ ਨਾ ਤੇ ਕਮਰੇ 'ਚ ਲੈ ਗਏ ਤੇ ਖੱਫਣ ਵਿਖਾਇਆ ਜੀ। ਹਾਂਜੀ। ਹੋਰ ਚੀਜ਼ਾਂ ਵਿਖਾਈਆਂ ਜੀ, ਤਖਤਾ ਵੀ ਵਿਖਾਇਆ ਜੀ। ਹਾਂਜੀ। ਗੁਰਮੁਖ ਬਿਸਮਤ ਪੂਛਨ ਕਰਿਓ। ਭਾਈ ਗੁਰਮੁਖ ਹੈਰਾਨ ਹੋ ਗਿਆ, ਕਮਾਲ ਦੀ ਗੱਲ ਹੈ। ਇੱਕ ਬੰਨੇ ਘਰ 'ਚ ਵਿਆਹ ਦੀ ਤਿਆਰੀ, ਦੂਜੇ ਬੰਨੇ ਅਰਥੀ ਦੀ ਵੀ ਤਿਆਰੀ ਹੈ। ਹਾਂਜੀ। ਇਹ ਸਮਾਜ ਕਿਸ ਕਾਰਨ ਧਰਿਓ। ਹੈਰਾਨ ਹੋ ਕੇ ਭਾਈ ਗੁਰਮੁਖ ਜੀ ਨੇ ਪੁੱਛਿਆ, ਇਹ ਸਾਰਾ ਸਮਾਨ ਕਹਿੰਦੇ ਇਹ ਕਿਉਂ ਤਿਆਰ ਕੀਤਾ। ਹਾਂਜੀ। ਕਹਿਓ ਭਿਖਾਰੀ ਫੇਰ ਬਤਾਵੇਂ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ ਕੁਝ ਸਮਾਂ ਖਲੋ ਜਾ, ਤੈਨੂੰ ਦੱਸਾਂਗੇ ਵੀ ਇਹ ਸਮਾਨ ਕਿਉਂ ਤਿਆਰ ਕੀਤਾ। ਕਹਿਣ ਲੱਗੇ। ਹਾਂਜੀ। ਜਬ ਸਮਾਜ ਇਹੋ ਕਾਰਜ ਆਵੇ। ਇਹਨੇ ਵੀ ਕੰਮ ਆਉਣਾ, ਮਹਾਰਾਜ ਕਹਿਣ ਲੱਗੇ।
ਵਾਹਿਗੁਰੂ ਭਾਈ ਭਿਖਾਰੀ ਜੀ ਕਹਿਣ ਲੱਗੇ। ਹਾਂਜੀ। ਇਮ ਕਹਿ ਆਇਓ ਪ੍ਰਥਮ ਸਥਾਨ ਸਤਰੰਜੀ ਕੋ ਸੀਅਤ ਮਹਾਨ। ਇਹ ਕਹਿ ਕੇ ਤੇ ਭਾਈ ਸਾਹਿਬ ਪਹਿਲੀ ਥਾਂ ਤੇ ਆ ਗਏ ਤੇ ਦਰੀ ਸੀਣ ਲੱਗ ਪਏ ਜੀ। ਨਾਲ ਨਾਲ ਦਰੀ ਸੀਵਣ, ਨਾਲ ਨਾਲ ਨਾਮ ਜਪਣ, ਵਾਹਿਗੁਰੂ ਨਾਮ ਜਪਣ ਨਾਲ ਨਾਲ। ਹਾਂਜੀ। ਗੁਰਮੁਖ ਬਿਸਮਤ ਉਰ ਮੈਂ ਰਹਿਓ। ਭਾਈ ਗੁਰਮੁਖ ਹੈਰਾਨ ਵੀ ਅਰਥੀ ਦਾ ਵੀ ਸਮਾਨ ਤਿਆਰ ਕੀਤਾ, ਜੰਜ ਦਾ ਵੀ ਤਿਆਰ ਕੀਤਾ। ਹਾਂਜੀ। ਸਤਿਗੁਰ ਨੇ ਇਸ ਕੋ ਜਸ ਕਹਿਓ। ਪਰ ਹੈਰਾਨ ਹੈ ਤੇ ਨਾਲ ਸੋਚਣ ਦੇ ਹੈ, ਜੋ ਵੀ ਹੈ ਗੁਰੂ ਸਾਹਿਬ ਨੇ ਇਸ ਸਿੱਖ ਦੀ ਸਿਫਤ ਕੀਤੀ ਹੈ। ਤੇ ਗੁਰੂ ਸਾਹਿਬ ਐਵੇਂ ਸਿਫਤ ਕਰਦੇ ਨਹੀਂ ਕਿਸੇ ਦੀ। ਹਾਂਜੀ। ਗ੍ਰਹਿ ਕੈ ਧੰਦਾ ਪਚੀ ਮਹਾਨਾ। ਹਾਂਜੀ। ਕਰਹਿ ਭਗਤ ਕਿਮ ਮਾਨਹਿ ਭਾਨਾ। ਪਰ ਭਾਈ ਗੁਰਮੁਖ ਸੋਚਣ ਦੇ ਵੀ ਇਹ ਤੇ ਘਰ ਦੇ ਹੀ ਕੰਮਾਂ ਕਾਰਾਂ 'ਚ ਲੱਗਾ, ਭਗਤੀ ਕਿਹੜੇ ਵੇਲੇ ਕਰਦਾ? ਗੱਜ ਕੇ ਆਖੋ ਵਾਹਿਗੁਰੂ। ਭਗਤੀ ਕਿਹੜੇ ਵੇਲੇ ਕਰਦਾ ਇਹ ਸਿੱਖ? ਹਾਂਜੀ। ਨਿਸਾ ਭਈ ਕੀਏ ਸੇਵ ਭਿਖਾਰੀ। ਹਾਂਜੀ। ਖਾਨ ਪਾਨ ਦੀਏ ਸੇਜ ਸੁਖਾਰੀ। ਰਾਤ ਪਈ ਭਾਈ ਭਿਖਾਰੀ ਨੇ ਸਿੱਖ ਦੀ ਸੇਵਾ ਕੀਤੀ, ਸੋਹਣਾ ਬਿਸਤਰਾ ਦਿੱਤਾ। ਹਾਂਜੀ। ਭਈ ਪ੍ਰਾਤ ਤਬ ਚੜੀ ਜਨੇਤ। ਦਿਨ ਚੜਿਆ, ਜੰਜ ਚੜ ਗਈ ਜੀ, ਬਰਾਤ ਚੜ ਗਈ ਜੀ। ਹਾਂਜੀ। ਆਨਿਓ ਸੁਤ ਕਰ ਨੁਖਾ ਸਮੇਤ। ਪੁੱਤਰ ਨੌ ਨੂੰ ਵਿਆਹ ਕੇ ਤੇ ਘਰ ਆ ਰਿਹਾ ਸੀਗਾ ਜੀ। ਹਾਂਜੀ। ਸਭ ਬਿਦ ਕੇ ਬਾਜੇ ਬਜਵਾਏ। ਬੜੇ ਬਾਜੇ ਵੱਜੇ ਜੀ, ਬਹੁਤ ਬੈਂਡ ਬਾਜੇ ਵੱਜੇ ਜੀ। ਉਸ ਸਮੇਂ ਦੇ ਜਿਹੋ ਜਿਹੇ ਸਾਜ਼ ਸਨ ਉਹ ਸਾਰੇ ਵੱਜੇ ਜੀ। ਹਾਂਜੀ। ਵਿਆਹ ਸਮਾਜ ਸਕਲ ਘਰ ਆਏ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਜੀ। ਹਾਂਜੀ। ਸਦਨ ਆਏ ਦਿਨ ਦਵੈਕ ਬਿਤੇ ਜਬ। ਘਰ ਵਿੱਚ ਆ ਕੇ ਜਦੋਂ 2 ਕੁ ਦਿਨ ਬਤੀਤ ਹੋ ਗਏ ਜੀ। ਹਾਂਜੀ। ਸੂਲ ਉਠੇ ਨਿਸ ਪੁੱਤਰ ਮਰਿਓ ਤਬ। ਗੱਜ ਕੇ ਆਖੋ ਵਾਹਿਗੁਰੂ। ਭਾਈ ਭਿਖਾਰੀ ਦੇ ਪੁੱਤਰ ਨੂੰ ਸੂਲ ਉੱਠਿਆ ਤੇ ਪੁੱਤ ਚਾਲਾ ਮਾਰ ਗਿਆ ਜੀ। ਹਾਂਜੀ। ਗਾਵਤ ਹੁਤੀ ਤਰਿਆ ਸੋ ਰੋਈ। ਉਹੋ ਹੀ ਬੀਬੀਆਂ ਜਿਹੜੀਆਂ ਗਾਉਣ ਆਈਆਂ ਸਨ ਕੁਝ ਦਿਨ ਪਹਿਲਾਂ, ਘਰ ਵਿੱਚ ਆ ਕੇ ਵੈਣ ਪਾਉਣ ਲੱਗ ਪਈਆਂ ਜੀ। ਹਾਂਜੀ। ਖਫਨ ਸੋਲੀਨ ਭਿਖਾਰੀ ਸੋਈ। ਭਾਈ ਭਿਖਾਰੀ ਜੀ ਨੇ ਉਹੋ ਹੀ ਕਫਨ ਕੱਢਿਆ, ਆਪਣੇ ਪੁੱਤਰ ਦੇ ਉੱਤੇ ਪਾਇਆ ਜੀ। ਹਾਂਜੀ। ਤਿਸ ਸੀਢੀ ਪਰ ਪਾਇਓ ਆਨੰਦ। ਉਸੇ ਤਖਤੇ ਤੇ ਪੁੱਤਰ ਨੂੰ ਪਾਇਆ ਜੀ, ਜਿਹੜਾ ਤਖਤਾ 3-4 ਦਿਨ ਪਹਿਲਾਂ ਹੀ ਤਿਆਰ ਸੀਗਾ ਜੀ। ਹਾਂਜੀ। ਦਾਹੋ ਕਰਿਓ ਕਰ ਕਾਠ ਬਿਲੰਦ। ਲੱਕੜਾਂ ਇਕੱਠੀਆਂ ਕੀਤੀਆਂ ਤਾਂ ਆਪਣੇ ਪੁੱਤਰ ਦਾ ਸੰਸਕਾਰ ਕੀਤਾ ਜੀ। ਹਾਂਜੀ। ਕੀਰਤਨ ਕਰ ਪ੍ਰਸਾਦ ਵਰਤਾਇਓ। ਕੀਰਤਨ ਕੀਤਾ, ਪ੍ਰਸ਼ਾਦ ਵਰਤਾਇਆ ਜੀ। ਹਾਂਜੀ। ਬ੍ਰਿਤ ਜਿਹ ਸਮ ਹਟ ਕਰ ਘਰ ਆਇਓ। ਇੱਕ ਸਮਾਨ ਬਿਰਤੀ ਭਾਈ ਭਿਖਾਰੀ ਦੇ ਚਿਹਰੇ ਤੇ ਕੋਈ ਦੁੱਖ ਸੁੱਖ ਦਾ ਅਸਰ ਨਹੀਂ ਹੈਗਾ। ਸੰਸਕਾਰ ਕਰਕੇ ਘਰ ਆ ਗਏ ਜੀ। ਹਾਂਜੀ। ਸਤਰੰਜੀ ਜੋ ਸੀਅਤ ਡਸਾਈ। ਉਹ ਜਿਹੜੀ ਦਰੀ ਨੂੰ ਤੋਪੇ ਲਾ ਲਾ ਕੇ ਰੱਖਿਆ ਸੀਗਾ, ਉਹ ਦਰੀ ਆ ਕੇ ਵਿਹੜੇ 'ਚ ਵਿਛਾ ਦਿੱਤੀ ਜੀ। ਹਾਂਜੀ। ਲੋਕ ਆਏ ਬੈਠੇ ਸਮੁਦਾਇ। ਲੋਕ ਆਏ ਵਿਹੜੇ ਵਿੱਚ ਬੈਠਣ ਲੱਗ ਪਏ। ਇਹ ਸਾਰਾ ਕੁਝ ਭਾਈ ਗੁਰਮੁਖ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀਗਾ ਜੀ। ਹਾਂਜੀ। ਦਿਨ ਮਹਿ ਗੁਰਮੁਖ ਰਹਿਓ ਨਿਹਾਰਤ। ਭਾ ਅਚਰਦ ਇਹ ਹਿਰਦੈ ਵਿਚਾਰਤ। ਸਾਰਾ ਦਿਨ ਭਾਈ ਗੁਰਮੁਖ ਵੇਖਦਾ ਰਿਹਾ, ਹੈਰਾਨ ਵੀ ਹੋਇਆ ਪਰ ਚੁੱਪ ਰਿਹਾ ਜੀ। ਹਾਂਜੀ। ਵੇਖ ਨਿਸ ਵਿਖੇ ਇਕਾਂਤ ਭਿਖਾਰੀ। ਰਾਤ ਦਾ ਸਮਾਂ ਆਇਆ, ਇਕਾਂਤ ਹੋਈ ਇਕਾਂਤ ਜੀ। ਭਾਈ ਭਿਖਾਰੀ ਜੀ ਬੈਠੇ ਆ। ਹਾਂਜੀ। ਮਿਲ ਗੁਰਮੁਖ ਤਬ ਗਿਰਾ ਉਚਾਰੀ। ਭਾਈ ਗੁਰਮੁਖ ਨੇ ਕੀ ਕੀਤਾ, ਭਾਈ ਭਿਖਾਰੀ ਜੀ ਦੇ ਕੋਲ ਗਏ ਜੀ ਤੇ ਗੱਲ ਸੁਣਿਓ ਧਿਆਨ ਨਾਲ। ਹਾਂਜੀ। ਸੁਤ ਕੀ ਮ੍ਰਿਤੂ ਜਾਣਤ ਜੇ ਉਰ ਮੈਂ। ਕਹਿਣ ਲੱਗੇ ਭਾਈ ਭਿਖਾਰੀ ਤੂੰ ਧੰਨ ਹੈ। ਕਹਿਣ ਲੱਗੇ, ਆਖੋ ਵਾਹਿਗੁਰੂ। ਵਾਹਿਗੁਰੂ। ਜੇ ਤੁਹਾਨੂੰ ਪੁੱਤਰ ਦੀ ਮੌਤ ਦਾ ਪਹਿਲਾਂ ਹੀ ਪਤਾ ਸੀਗਾ,
ਹਾਂਜੀ। ਨੁਖਾ ਵਿਆਹੇ ਕਿਉ ਆਨੀ ਘਰ ਮੈਂ। ਉਹਦਾ ਵਿਆਹ ਕਰਕੇ ਨੌ ਕਿਉਂ ਘਰ ਵਿੱਚ ਲੈ ਕੇ ਆਂਦੀ? ਨੌ ਵੀ ਤੇ ਘਰ ਲੈ ਆਂਦੀ ਨਾ, ਉਹ ਕਿਉਂ ਲਿਆਂਦੀ? ਖਰਚਿਓ ਧਨ ਉਤਸਵ ਬਹੁ ਕਰਿਓ। ਤੁਸੀਂ ਕਿੰਨੀ ਮਾਇਆ ਖਰਚੀ, ਕਿੰਨਾ ਉਤਸਵ ਕੀਤਾ। ਹਾਂਜੀ। ਦਿਨ ਦੋ ਇੱਕ ਮਹਿ ਸਭ ਪਰ ਹਰਿਓ। ਤੇ 2 ਦਿਨ ਦੀ ਖੇਡ ਹੋਈ, ਸਭ ਕੁਝ ਹੀ ਛੱਡ ਕੇ ਪੁੱਤ ਚਲੇ ਗਿਆ ਤੁਹਾਡਾ। ਹਾਂਜੀ। ਤੁਵ ਮਹਿ ਸਕਤ ਜੈ ਹੋਤੀ ਇਤੀਨਾ। ਹਾਂਜੀ। ਸਤਿਗੁਰ ਤੇ ਜਾਚਤ ਹੋਏ ਦੀਨ। ਤੇ ਜੇ ਤੁਹਾਡੇ 'ਚ ਸ਼ਕਤੀ ਨਹੀਂ ਸੀਗੀ, ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਮਹਾਰਾਜ ਨੇ ਮੋੜਨਾ ਹੀ ਨਹੀਂ ਸੀ, ਤੁਹਾਡੇ ਪੁੱਤਰ ਦੀ ਉਮਰ ਲੰਮੀ ਕਰ ਦੇਣੀ ਸੀਗੀ। ਹਾਂਜੀ। ਕਿਰਪਾ ਨਿਧਾਨ ਸਿਦਕ ਪਿਖ ਤੇਰਾ। ਪੁੱਤਰ ਜੀਵਨ ਬਰ ਦੇਤ ਅਛੇਰਾ। ਤੁਹਾਡੇ ਪਿਤਾ ਤੁਹਾਡਾ ਸਿਦਕ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਨੀ ਸੀ, ਪੁੱਤਰ ਨੂੰ ਜਿਉਂਦਾ ਵੀ ਕਰ ਦੇਣਾ ਸੀਗਾ ਜੀ। ਤੁਹਾਡੇ ਤੇ ਮਿਹਰ ਹੋ ਸਕਦੀ ਸੀ। ਹਾਂਜੀ। ਸੰਕਟ ਹੋਤ ਨ ਏਤੋ ਘਰ ਮੈਂ। ਹਾਂਜੀ। ਰੁਦਤ ਕੁਟੰਬ ਪ੍ਰੀਤ ਕਰ ਉਰ ਅੱਜ ਮੈਂ। ਪਰਿਵਾਰ ਰੋਂਦੇ ਆ, ਸੰਕਟ ਪਿਆ ਹੋਇਆ, ਘੱਟੋ ਘੱਟ ਇਹ ਦੁੱਖ ਦੀ ਘੜੀ ਤੇ ਨਾ ਆਉਂਦੀ। ਹਾਂਜੀ। ਇਹੋ ਸੰਸੈ ਮਨ ਮੋਹੇ ਬਸਾਲਾ। ਸਕਤ ਸਹਿਤ ਸਹਿ ਕਸ਼ਟ ਕਰਾਲਾ। ਇਹੋ ਹੀ ਮੈਨੂੰ ਚਿੰਤਾ ਲੱਗੀ ਪਈ ਵੀ ਤੁਸੀਂ ਕੀ ਕੀਤਾ। ਨੌ ਵੀ ਵਿਧਵਾ ਹੋ ਗਈ, ਘਰ ਦੇ ਵੀ ਰੋਂਦੇ ਆ, ਖਰਚਾ ਵੀ ਇੰਨਾ ਹੋ ਗਿਆ, ਤੇ ਪਤਾ ਤੁਹਾਨੂੰ ਸਾਰਾ ਕੁਝ ਪਹਿਲਾਂ ਹੀ ਸੀਗਾ। ਸੰਗਤ ਜੀ, ਸਾਨੂੰ ਤੇ ਪਤਾ ਕੁਝ ਨਹੀਂ ਨਾ, ਅਸੀਂ ਤੇ ਭਾਣਾ ਮੰਨਣਾ ਹੀ ਹੈ। ਜਿਨ੍ਹਾਂ ਨੂੰ ਪਤਾ ਉਹਨਾਂ ਨੇ ਵੀ ਨਹੀਂ ਕੁਝ ਕੀਤਾ। ਹਾਂਜੀ। ਸੁਨਤ ਭਿਖਾਰੀ ਗਿਰਾ ਉਚਾਰੀ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਭਿਖਾਰੀ ਜੀ ਕਹਿੰਦੇ ਗੁਰਮੁਖ ਸੁਣ ਫਿਰ ਸਾਰੀ ਗੱਲ ਕਹਿਣ ਲੱਗੇ। ਹਾਂਜੀ। ਇਹ ਮਨਮੁਖ ਕੀ ਰੀਤ ਵਿਚਾਰੀ। ਇਹ ਮਨਮੁਖਾਂ ਦੀ ਰੀਤ ਹੈਗੀ, ਮਨਮੁਖਾਂ ਦੀ। ਹਾਂਜੀ। ਜਥਾ ਜੋਗ ਪਰਮੇਸ਼ਰ ਕਰੈ। ਹਾਂਜੀ। ਇਸ ਮਹਿ ਦੁਖ ਸੰਸੈ ਜੋ ਧਰੈ। ਜੋ ਪਰਮੇਸ਼ਰ ਨੇ ਕਰਤਾ ਉਹਦੇ ਵਿੱਚ ਦੁੱਖ ਨਹੀਂ ਮੰਨਣਾ। ਹਾਂਜੀ। ਜਤਨ ਕਰਹਿ ਭਾਵੀ ਕੋ ਮੇਟਨ। ਤਿਸ ਕੋ ਪ੍ਰਭ ਸੰਗ ਕਬਹੁ ਨ ਭੇਟਨ। ਜਿਹੜਾ ਬੰਦਾ ਰੱਬ ਦੇ ਹੁਕਮ ਨੂੰ ਮੇਟਣ ਦੀ ਕੋਸ਼ਿਸ਼ ਕਰੇਗਾ, ਉਹ ਬੰਦਾ ਰੱਬ ਨਾਲ ਮਿਲ ਨਹੀਂ ਸਕਦਾ ਕਦੀ। ਕਈ ਜਪ ਤਪ ਕਰਦੇ ਇਹ ਹੁਕਮ ਟਲ ਜਾਵੇ ਜੀ। ਹਾਂਜੀ। ਜੈਸੀ ਇੱਛਾ ਹੋਏ ਭਗਵਾਨ। ਤਿਸ ਮਹਿ ਕੀਜੈ ਹਰਖ ਮਹਾਨ। ਗੁਰਮੁਖ ਜੋ ਰੱਬ ਦੀ ਇੱਛਾ ਹੋਵੇ ਉਹਨੂੰ ਵੇਖ ਕੇ ਖੁਸ਼ ਹੀ ਰਹਿਣਾ ਚਾਹੀਦਾ। ਕਹਿਣ ਲੱਗੇ ਸੰਗਤ ਜੀ, ਇਹ ਕਹਿਣਾ ਸੌਖਾ, ਘਰ ਵਿੱਚ ਜਦੋਂ ਇਹੋ ਜਿਹੀ ਘਟਨਾ ਵਰਤਦੀ ਫੇਰ ਹੀ ਪਤਾ ਲੱਗਦਾ ਜੇ ਬੜੇ ਬੜੇ ਵੱਡੇ ਹੌਸਲਾ ਆ ਜਾਂਦੇ ਜੀ। ਇੱਕ ਬੰਦਾ ਕਿਸੇ ਗੁਰਮੁਖ ਦੀ ਸੰਗਤ ਕਰਦਾ ਸੀਗਾ ਜੀ, ਉਹਦੀ ਮਾਤਾ ਬਿਮਾਰ ਸੀਗੀ ਜੀ। ਉਹਨੇ ਦਿਨ ਰਾਤ ਸੁਖਮਨੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰਤੇ ਵੀ ਮੈਂ ਆਪਣੀ ਮਾਂ ਨੂੰ ਮਰਨ ਨਹੀਂ ਦੇਣਾ ਜੀ। ਬੜੀ ਉਹਨੇ ਬਾਣੀ ਪੜ੍ਹੀ, ਪਰ ਮਾਤਾ ਦੀ ਮੌਤ ਹੋ ਗਈ ਜੀ। ਹਾਂਜੀ। ਜਦੋਂ ਉਹਦੀ ਮਾਤਾ ਦੀ ਮੌਤ ਹੋ ਗਈ ਤਾਂ ਦੂਜਿਆਂ ਨੂੰ ਵੀ ਕਹੇ ਵੀ ਬਾਣੀ ਨਾ ਪੜ੍ਹਿਆ ਕਰੋ, ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ, ਮੇਰੀ ਮਾਤਾ ਦੀ ਮੌਤ ਹੋ ਗਈ। ਭਾਈ ਭਿਖਾਰੀ ਜੀ ਦੇ ਬਚਨ ਸੁਣੋ, ਕਹਿੰਦੇ ਰੱਬ ਦੇ ਹੁਕਮ ਨੂੰ ਮੇਟਣ ਵਾਸਤੇ ਸਿੱਖ ਕਦੀ ਅਰਦਾਸ ਨਾ ਕਰੇ ਵੀ ਜੋ ਹੁਕਮ ਹੈ ਠੀਕ ਹੈ, ਸਾਨੂੰ ਮਨਜ਼ੂਰ ਹੈ, ਇਹਦੇ ਨਾਲ ਸਾਡੀ ਤਰੱਕੀ ਹੁੰਦੀ ਹੈ ਅੰਦਰ ਦੀ। ਉਹਦਾ ਹੁਕਮ ਖਿੜੇ ਮੱਥੇ ਮੰਨਣਾ, ਇਹਦੇ ਨਾਲ ਤਰੱਕੀ ਹੁੰਦੀ ਬੰਦੇ ਦੇ ਅੰਦਰ ਦੀ ਜੀ। ਹਾਂਜੀ। ਸਭ ਸੋ ਸਮ ਪ੍ਰਭ ਬੈਰ ਨ ਪ੍ਰੀਤ। ਕਰਮ ਹੇਰ ਫਲ ਦੇਹ ਸੋ ਨੀਤ। ਪਰਮੇਸ਼ਰ ਦਾ ਕਿਸੇ ਨਾਲ ਵੈਰ ਥੋੜੀ ਹੈਗਾ ਕਹਿਣ ਲੱਗੇ, ਜਾਂ ਪਿਆਰ ਥੋੜੀ, ਉਹ ਤੇ ਕਰਮਾਂ ਦੇ ਅਨੁਸਾਰ ਫਲ ਦੇ ਦਿੰਦਾ ਸਾਰਿਆਂ ਨੂੰ। ਹਾਂਜੀ। ਕਸ਼ਟ ਆਏ ਕਰ ਸਕਤ ਹਰਾਵੈ। ਪਾਪ ਕਰੇ ਸੋ ਫਲ ਭੁਗਤਾਵੈ। ਜੇ ਕਸ਼ਟ ਆਵੇ ਤੇ ਸ਼ਕਤੀ ਲਾ ਕੇ ਬੰਦਾ ਉਹ ਕਸ਼ਟ ਦੂਰ ਕਰ ਦੇਵੇ ਆਪਣਾ, ਸਮਝੋ ਬੰਦੇ ਨੇ ਪਾਪ ਹੀ ਕੀਤਾ। ਕਹਿਣ ਲੱਗੇ ਮੈਂ ਗੁਰੂ ਸਾਹਿਬ ਦੇ ਹੁਕਮ ਦੇ ਵਿਰੁੱਧ ਕਦੀ ਅਰਦਾਸ ਨਹੀਂ ਕਰਨੀ, ਭਾਵੇਂ ਜੋ ਮਰਜ਼ੀ ਹੋਵੇ। ਇਹ ਤਾਂ ਹੋਇਆ ਨਾ ਪਾਣਾ ਮੰਨਣਾ ਜੀ। ਹਾਂਜੀ।
ਹੋਏ ਸੁਖੀ ਕਹਿ ਸੰਕਟ ਦੇਤ, ਹਾਂਜੀ। ਸੋ ਪੇ ਨਾ ਦਰਗਹਿ ਆਦਰ ਲੇਤ। ਕਹਿਣ ਲੱਗੇ ਠੀਕ ਹੈ, ਅਰਦਾਸ ਕਰਕੇ ਮੈਂ ਸੁਖੀ ਹੋ ਜਾਵਾਂਗਾ, ਪੁੱਤ ਜਿਉਂਦਾ ਹੋ ਜਾਂਦਾ, ਮੈਂ ਸੁਖੀ ਹੋ ਜਾਂਦਾ। ਪਰ ਚੇਤਾ ਰੱਖੀ, ਰੱਬ ਦੇ ਹੁਕਮ ਦੇ ਵਿਰੁੱਧ ਅਰਦਾਸ ਕਰਕੇ ਜਿਹੜਾ ਸੁੱਖ ਮਿਲਿਆ, ਦਰਗਾਹ ਦੇ ਵਿੱਚ ਇਹੋ ਜਿਹੇ ਬੰਦੇ ਦੀ ਕੋਈ ਇੱਜ਼ਤ ਨਹੀਂ ਹੁੰਦੀ। ਕਹਿਣ ਲੱਗੇ ਦਰਗਾਹ ਵਿੱਚ ਉਹਦਾ ਸਤਿਕਾਰ ਨਹੀਂ ਹੁੰਦਾ। ਹਾਂਜੀ। ਨ੍ਰਿਪ ਮਾਇਕ ਜੋ ਕਰਹਿ ਸੋ ਭਾਵੈ। ਰੱਬ ਦੀ ਦਰਗਾਹ 'ਚ ਕੌਣ ਮਾਣ ਪਾਉਂਦਾ? ਜਿਹੜਾ ਨੀਵਾਂ ਹੋ ਕੇ ਰਹਿੰਦਾ ਤੇ ਰੱਬ ਦੇ ਹੁਕਮ ਨੂੰ ਮੰਨਦਾ ਜੀ। ਮਾਣ ਨਿਮਾਣਾ ਪਾਵੈ ਦਰਗਹਿ, ਮਾਣ ਨਿਮਾਣਾ ਪਾਵੈ। ਮਾਣ ਮਾਣ ਨਿਮਾਣਾ ਪਾਵੈ ਦਰਗਹਿ, ਮਾਣ ਨਿਮਾਣਾ ਪਾਵੈ। ਮਾਣ ਨਿਮਾਣਾ ਪਾਵੈ, ਮਾਣ ਨਿਮਾਣਾ ਪਾਵੈ। ਮਾਣ ਨਿਮਾਣਾ ਪਾਵੈ ਦਰਗਹਿ, ਮਾਣ ਨਿਮਾਣਾ ਪਾਵੈ। ਨਿਮਾਣਾ ਪਾਵੈ ਦਰਗਹਿ, ਮਾਣ ਨਿਮਾਣਾ। ਨਿਮਰਤਾ ਵਾਲਾ, ਨਿਮਰਤਾ ਵਾਲਾ। ਤੇ ਨਿਮਰਤਾ ਕੀ ਹੈ? ਰੱਬ ਦੇ ਹੁਕਮ 'ਚ ਰਾਜੀ ਰਹਿਣਾ ਜੀ। ਜਿਸ ਬੰਦੇ ਨੇ ਆਹ ਗੱਲ ਸਮਝ ਲਈ ਨਾ ਜੀ, ਉਹ ਆਨੰਦ ਵਿੱਚ ਹੋ ਜਾਂਦਾ ਜੀ, ਆਨੰਦ 'ਚ ਹੋ ਜਾਂਦਾ ਜੀ। ਕਹਿਣ ਲੱਗੇ ਹੋਏ ਸੁਖੀ ਕਹਿ ਸੰਕਟ ਦੇਤ, ਸੋ ਪੇ ਨਾ ਦਰਗਹਿ ਆਦਰ ਲੇਤ। ਇੱਥੇ ਅਰਦਾਸ ਕਰਕੇ ਮੈਂ ਸੁਖੀ ਹੋ ਜਾਂਦਾ। ਕਹਿਣ ਲੱਗੇ ਐਸਾ ਬੰਦਾ ਰੱਬ ਦੀ ਦਰਗਾਹ ਵਿੱਚ ਸਤਿਕਾਰ ਨਹੀਂ ਪਾਉਂਦਾ। ਦਰਗਾਹ ਵਿੱਚ ਉਹੋ ਹੀ ਮਾਣ ਸਤਿਕਾਰ ਪਾਉਂਦਾ ਜਿਹੜਾ ਹੋਏ ਨਿਮਾਣਾ ਜਗ ਰਹੇ। ਹਾਂਜੀ। ਸੋ ਸੇਵਕ ਤਿਸ ਤੇ ਸੁਖ ਪਾਵੈ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਨ੍ਰਿਪ ਮਾਇਕ ਜੋ ਕਰਹਿ ਸੋ ਭਾਵੈ, ਸੋ ਸੇਵਕ ਤਿਸ ਤੇ ਸੁਖ ਪਾਵੈ। ਮਾਇਆਵਾਦੀ ਰਾਜਾ ਜੋ ਕਰੇ, ਉਹ ਉਹਦੇ ਸੇਵਕ ਨੂੰ ਚੰਗਾ ਲੱਗਦਾ ਜੀ। ਹਾਂਜੀ। ਰਾਜਾ ਜੋ ਕਰੇ ਉਹਦੀ ਪ੍ਰਜਾ ਨੂੰ ਚੰਗਾ ਲੱਗਦਾ। ਕਹਿੰਦੇ ਬਸ ਇਸੇ ਤਰ੍ਹਾਂ ਰੱਬ ਜੋ ਕਰੇ, ਰੱਬ ਦੇ ਬੰਦਿਆਂ ਨੂੰ ਵੀ ਉਹ ਚੰਗਾ ਲੱਗਦਾ ਹੈ। ਫਿਰ ਕੀ ਕਹਿਣ ਲੱਗੇ ਜੇ ਮੇਰਾ ਪੁੱਤਰ ਚਲੇ ਗਿਆ? ਹਾਂਜੀ। ਜੇ ਮਹਿ ਪਤ ਕ੍ਰਿਤ ਮਹਿ ਦੇ ਦੋਸੂ। ਕੋਈ ਸੇਵਕ ਹੋਵੇ ਤੇ ਰਾਜੇ ਦੇ ਕੰਮ 'ਚ ਦੋਸ਼ ਕੱਢੇ, ਗਲਤੀਆਂ ਕੱਢੇ, ਵੀ ਇਹ ਕੰਮ ਸਹੀ ਨਹੀਂ ਕੀਤਾ ਇਹਨੇ। ਹਾਂਜੀ। ਰਿਸਹਿ ਤਾਹੇ ਪਰ ਲਖੇ ਬੇਹੋਸੂ। ਰਾਜੇ ਤੇ ਗੁੱਸਾ, ਵਾਹਿਗੁਰੂ ਰਾਜੇ ਦਾ ਦੋਸ਼ ਕੱਢੇ, ਰਾਜਾ ਫਿਰ ਉਹਦੇ ਤੇ ਗੁੱਸਾ ਹੁੰਦਾ ਹੈ। ਰਾਜੇ ਦੀ ਖੁਸ਼ੀ ਨਹੀਂ ਮਿਲਦੀ ਉਹਨੂੰ। ਹਾਂਜੀ। ਇਮ ਅਲਪ ਗਿਆਨ ਕੀ ਕ੍ਰਿਤ ਮਾਹੀ। ਇਸੇ ਤਰ੍ਹਾਂ ਥੋੜੇ ਗਿਆਨ ਵਾਲੇ ਬੰਦੇ ਇੰਝ ਹੀ ਕਰਦੇ ਆ। ਠੀਕ ਹੈ, ਰੱਬ ਰੱਬ ਤੇ ਕਰਦੇ, ਪਰ ਗੁਰੂ ਦੇ ਭਾਣੇ ਨੂੰ ਕਹਿੰਦੇ ਚੰਗਾ ਨਹੀਂ ਕੀਤਾ ਜੀ। ਨੀਵਾਂ ਹੋ ਕੇ ਔਖਾ ਸੌਖਾ ਸਮਾਂ ਕੱਢ ਲਵੇ, ਰੱਬ ਦੀ ਦਰਗਾਹ 'ਚ ਬਹੁਤ ਮਾਣ ਪਾਵੇਗਾ। ਹਾਂਜੀ। ਪ੍ਰਭ ਸਰਬੱਗ ਜਥੋਚਿਤ ਆਹੀ। ਉਹ ਕਹਿੰਦਾ ਰੱਬ ਹੀ ਸਮਰੱਥ ਹੈ। ਰੱਬ ਦੇ ਮਨ 'ਚ ਜੋ ਆਇਆ ਰੱਬ ਨੇ ਕੀਤਾ, ਚੰਗਾ ਹੀ ਕੀਤਾ ਸਾਰਾ ਕੁਝ ਰੱਬ ਨੇ। ਹਾਂਜੀ। ਬਿਨਾ ਕਰਮ ਸੁਖ ਦੁਖ ਨਹਿ ਦੇਤ, ਭੁਗਤਹਿ ਸੋਏ ਜੇ ਬੀਜਹਿ ਖੇਤ। ਇਸ ਕਰਕੇ ਕਰਮਾਂ ਦੀ ਖੇਡ ਹੈ। ਰੱਬ ਨੇ ਕਰਮ ਵੇਖੇ, ਜਿਹੋ ਜਿਹੇ ਸੁੱਖਾਂ ਦੇ ਦੁੱਖਾਂ ਦੇ ਬੀਜ ਬੰਦੇ ਨੇ ਬੋਏ ਹੈ, ਉਹੋ ਜਿਹਾ ਹੀ ਰੱਬ ਫਿਰ ਅੱਗੋਂ ਵਰਤਾਰਾ ਵਰਤਾ ਦਿੰਦਾ ਹੈ। ਅਜੇ ਭਾਈ ਸਾਹਿਬ ਨੇ ਹੋਰ ਗੱਲ ਦੱਸਣੀ, ਪਿਛਲਾ ਜਨਮ ਤੱਕ ਦੱਸ ਦੇਣਾ ਜੀ, ਆਪਣੇ ਪੁੱਤਰ ਦਾ, ਆਪਣੀ ਨੂੰਹ ਦਾ। ਸਾਡੀ ਤੇ ਪਹੁੰਚ ਹੀ ਨਹੀਂ ਨਾ ਜੀ ਹੈਗੀ ਜੀ, ਸਾਨੂੰ ਤੇ ਪਤਾ ਹੀ ਨਹੀਂ ਜੀ ਕਿਸੇ ਗੱਲ ਦਾ।
ਕਿਸੇ ਦਾ ਕੀ ਦੱਸਣਾ, ਆਪਣੇ ਬਾਰੇ ਨਹੀਂ ਪਤਾ ਜੀ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ। ਸਾਨੂੰ ਤਾਂ ਆਪਣੇ ਬਾਰੇ ਨਹੀਂ ਪਤਾ। ਭਾਈ ਭਿਖਾਰੀ ਜੀ ਨੇ ਆਪਣੇ ਪੁੱਤਰ ਦਾ, ਆਪਣੀ ਨੂੰਹ ਦਾ, ਸਭਨਾਂ ਦਾ ਪਿਛਲਾ ਜਨਮ ਦੱਸ ਦੇਣਾ। ਪਿਛਲੇ ਜਨਮ 'ਚ ਕੀ ਕੀ ਸਨ ਤੇ ਕਿਉਂ ਨੂੰਹ ਨੂੰ ਦੁੱਖ ਮਿਲਿਆ ਮੇਰੀ ਨੂੰਹ। ਸੋ ਸੱਚੇ ਪਾਤਸ਼ਾਹ ਮੇਹਰਾਂ ਕਰਨ। ਪੂਰਬ ਜਨਮ ਕੇ ਮਿਲਹਿ ਸੰਜੋਗੀ। ਪਿਛਲੇ ਜਨਮਾਂ ਦੇ ਖੇਡ ਦੇ ਅਨੁਸਾਰ ਹੁੰਦਾ ਹੈ, ਇੱਕ ਦੂਜੇ ਨਾਲ ਮੇਲ ਬਣਦਾ ਹੈ ਸੰਗਤ ਜੀ। ਸੋ ਭਾਈ ਭਿਖਾਰੀ ਜੀ ਕਹਿੰਦੇ ਨਿਮਰਤਾ ਵਾਲੇ ਨੂੰ ਭਾਗ ਲੱਗਦੇ ਆ। ਨਿਮਰਤਾ ਕੀ ਹੈ? ਕੇਵਲ ਮੂੰਹੋਂ ਮਿੱਠੇ ਬੋਲਣੇ ਨਹੀਂ। ਮੈਂ ਮਿੱਠੇ ਬੋਲ ਬੋਲਦੇ ਬੰਦੇ ਵੇਖੇ ਜੀ ਆਪਣੇ ਜ਼ਿੰਦਗੀ 'ਚ ਜੀ। ਮੂੰਹੋਂ ਤੇ ਬੜਾ ਹੀ ਮਿੱਠਾ ਬੋਲਦੇ ਜੀ, ਹਾਂਜੀ, ਪਰ ਉਹਨਾਂ ਦੇ ਅੰਦਰ ਕੱਖ ਨਹੀਂ ਹੁੰਦਾ ਜੀ। ਤੇ ਮੈਂ ਕੌੜਾ ਬੋਲਣ ਵਾਲੇ ਵੀ ਵੇਖੇ ਜੀ। ਮੂੰਹ ਦੇ ਤੇ ਹੁੰਦੇ ਕੌੜੇ, ਹਾਂਜੀ, ਅੰਦਰ ਉਹਨਾਂ ਦੇ ਸੱਚ ਹੁੰਦਾ ਜੀ। ਅੰਦਰ ਉਹਨਾਂ ਦੇ ਸੱਚ ਹੁੰਦਾ। ਮੂੰਹ ਤੋਂ ਨਹੀਂ ਉਹ ਕਿਸੇ ਦਾ ਲਿਹਾਜ਼ ਕਰਦੇ ਜੀ। ਤੇ ਮੁਖ ਤੋਂ ਵੀ ਨਾ ਬੰਦਾ ਕੌੜਾ ਹੋਵੇ ਤੇ ਅੰਦਰੋਂ ਵੀ ਛੁਰੀ ਨਾ ਹੋਵੇ ਜੀ। ਮੁਖ ਤੋਂ ਵੀ ਮਿੱਠਾ ਹੋਵੇ, ਅੰਦਰੋਂ ਵੀ ਮਿੱਠਾ ਹੋਵੇ ਜੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਸੋ ਉੱਤੋਂ ਹੱਥ ਜੋੜਨੇ ਬੋਲਣਾ ਇਹ ਨਿਮਰਤਾ ਨਹੀਂ ਹੈਗੀ ਜੀ। ਅਸਲੀ ਨਿਮਰਤਾ ਰੱਬ ਦੇ ਹੁਕਮ ਨੂੰ ਸਤ ਬਚਨ ਕਰਕੇ ਮੰਨ ਲੈਣਾ। ਫਿਰ ਵੇਖਿਓ ਦਰਗਾਹ 'ਚ ਮਾਣ ਮਿਲਦਾ ਜੀ। ਮਾਣ ਨਿਮਾਣਾ ਪਾਵੇ ਦਰਗਹਿ ਮਾਣ ਨਿਮਾਣਾ ਪਾਵੇ। ਮਾਣ ਨਿਮਾਣਾ ਪਾਵੇ ਦਰਗਹਿ ਮਾਣ ਨਿਮਾਣਾ ਪਾਵੇ। ਮਾਣ ਨਿਮਾਣਾ ਪਾਵੇ ਦਰਗਹਿ ਮਾਣ ਨਿਮਾਣਾ ਪਾਵੇ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਡੇ ਸਾਰਿਆਂ ਤੇ ਮਿਹਰ ਕਰਨ। ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਨ। ਅਸੀਂ ਗੁਰੂ ਜੀ ਦੀ ਬਖਸ਼ੀ ਰਹਿਤ ਦੇ ਅਨੁਸਾਰ ਸਾਡਾ ਜੀਵਨ ਹੋਵੇ। ਗੁਰੂ ਜੀ ਦੀ ਮਿਹਰ ਵਾਲਾ, ਗੁਰੂ ਜੀ ਦੀ ਬਖਸ਼ਿਸ਼ ਵਾਲਾ, ਗੁਰੂ ਜੀ ਦੇ ਭਰੋਸੇ ਵਾਲਾ ਸਾਡਾ ਜੀਵਨ ਬਣੇ। ਇਹ ਗੁਰੂ ਅਰਜਨ ਦੇਵ ਜੀ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਸੋ ਕਹੋ।